सकियो लखियान सुबैठ के वास कियो लखियान सुबैठ के ऐसे ऐसे सो वैस बतायो ऐसे ऐसे सो वैस बतायो ऐसे ऐसे सो वैस बतायो साच कहो सुन ले हो सब साच कहो सुन ले हो सब जिन प्रेम कियो नहीं प्रभु पायो जिन प्रेम कियो नहीं प्रभु पायो साच कहो सुन ले हो सब साच कहो सुन ले हो सब सुन ले हो सब सुन ले हो सब आहे गुरु हर जुग जुग भगत पाया अजे रखदा राम राजे हर राक्षस दुष्ट हर मारिया प्रहलाद डराया अहंकार अनिंद का पिठ दे नामदेव मुख लाया जन नानक सार से अंत ले छड़ाया अंत ले छड़ाया। श्लोक महला पहला आपे पंड साजे आना आपे पूर्ण दे एक नी दुध समाई है चुले रैन चढ़े एक ने आली पैसवनी के ऊपर रैन कड़े दिना सवारे नानका जिनको नदर करे महला दूजा आपे सज करे आप जाई रखे आप इस विच जंतु पाए के देखे थाव्यो थाप इसनो कहिए नानका सब किछ आपे आप बड़े बड़े किया वड्याइया इसके गैर न जाए सो करता कादर करे दिव्य जग समाए साई कार कमावणी सुरती न पाए नानक की बारी और दुनियारी जाए सो करे सैर जाए जाए सो वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी की फतेह वाहिगुरु जी की फतेह वाहिगुरु जी की फतेह। बड़ी बड़ी की बड़ियाइयां कुछ कहना कह न जाए सो करता कादर करीम दे जियां रिजक संभाए साई कर कमावनी त्रिशोटी तिने पाहे नानक की बाहरी और दूजी नाही जाए सो करे जेत सैर जाए सो करे जित सैर जाए सुध। वाहिगुरु जी का खालसा वाहिगुरु जी की फतेह। तेग बहादुर सिमरिया हर नाम दया वैताए सब थाए होए सहाय सब थाए होए सहाय। तेग बहादुर सिमरिया तेग बहादुर सिमरिया हर नाम दया वैताए सब थाए होए सहाय। तेग बहादुर सिमरिया हर नाम दया वैताए सब थाए होए सहाय सब थाए होए सहाय होए सहाय। राम कले महला तेजा आनंद एक ओंकार सतगुरु प्रसाद
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿੱਧੇ ਮੈਂ ਵਜੀਆਂ ਵਾਰਾਈ ਰਾਗਨ ਪਰਵਾਰ ਭਈਆ ਸ਼ਬਦ ਗਾਵਣ ਆਇਆ ਸ਼ਬਦੋਤਾ ਗਾਵੋ ਹਰਿ ਕੇ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਹਰ ਨਾਮ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ ਸਭਨਾ ਗਲਾ ਸਮਰਥ ਸੁਨਾਮੇ ਸੋ ਕਿਉ ਮਨੋ ਵਿਸਾਰ ਐ ਨਾਨਕ ਮਨ ਮੇਰੇ ਸਦਾ ਰੋ ਹਰ ਨਾਮ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰਤਾ ਤੇਰੇ ਸਭ ਕਿਛ ਜਿਸ ਤੇ ਹੈ ਸੋ ਪਾਵੇ ਸਦਾ ਸਤ ਸਦਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਏ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਹੋ ਜਾਏ ਸਦਾ ਕੁਰਬਾਨ ਕੀਤਾ ਗੁਰ ਬਿਠੋ ਜਿਸ ਦੀਆਂ ਹੈ ਵਡਿਆਈਆਂ ਐ ਨਾਨਕ ਸੁਣੋ ਸੰਤੋਖ ਸ਼ਬਦ ਰੋਪੇ ਯਾਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸਭਾਗ ਹਸ ਭਾਗੇ ਸ਼ਬਦ ਵਾਜੇ ਕਾਜਤ ਕਰਤਾਰਿਆ ਪੰਜ ਦੂਤ ਦਸ ਕੀਤੇ ਕਾਲ ਕੰਟਕ ਮਾਰੇ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਗੈ ਨਾਮ ਕਹਿ ਨਾਨਕ ਤਸ ਕੋ ਆਦਿਤ ਕਰ ਅਨਹਦ ਬਾਜ ਅਨੰਦ ਸਨੋਵੜ ਪਾਗੀ ਹੋ ਸਰਵ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਤ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਗੁਣਿਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਜਨ ਲਾਗੇ ਵਾਜੇ ਅਨੰਤ ਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਵੇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪਤੀ ਤੋਰਾ ਮਾਲਨੀ ਪਤੀ ਪਤੀ ਜੀਓ ਜਿਸ ਪਾਹਨ ਕੋ ਪਤੀ ਤੋਰੈ ਸੋ ਪਾਹਨ ਨਿਰਜੀਓ
ਭੋਲੀ ਮਾਲ ਨੀ ਹੈ ਏਓ, ਸਤਿਗੁਰ ਜਾਗਤਾ ਹੈ ਦਿਓ। ਬ੍ਰਹਮਪਤੀ ਬਿਸ਼ਨ ਡਾਰੀ, ਫੂਲ ਸ਼ੰਕਰ ਦਿਓ। ਤੀਨ ਦੇਵ ਪ੍ਰਤਖ ਤੋਰਹਿ, ਕਰਹਿ ਕਿਸ ਕੀ ਸੇਓ। ਪਾਖਾਨ ਗੜ ਕੈ ਮੂਰਤ ਕੀਨੀ, ਦੇਖੈ ਛਾਤੀ ਪਾਉ। ਜੇ ਇਹੋ ਮੂਰਤ ਸਾਚੀ ਹੈ, ਤਉ ਗੜਨ ਹਾਰੈ ਖਾਓ। ਭਾਤ ਪਹਿ ਤਿਆਰ ਲਾਪਸੇ, ਕਰ ਕਰਾ ਕਾ ਸਾਰ। ਭੋਗਣ ਹਾਰੈ ਭੋਗਿਆ, ਇਸ ਮੂਰਤ ਕੈ ਮੁਖ ਛਾਰ। ਮਾਲਨ ਭੂਲੀ ਜਗ ਭੁਲਾਨਾ, ਹਮ ਭੁਲਾਨੇ ਨਾਹੀਂ। ਕਹਿ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ। ਕਿਰਪਾ ਕਰ ਹਰ ਰਾਏ, ਔਰ ਧਾਰ ਵਿਚਾਰ ਮੁਰਾਰ ਰਮੋ ਰਾਮ। ਮਨ ਮੋਹਨ ਨਾਮ ਜਪੀਨੇ, ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ। ਗੁਰਪੂਰੈ ਪ੍ਰਗਟ ਕਰ ਦੀਨੇ, ਰਾਮ ਪਾਰਸ ਚੰਦਨ। ਹਾਮ ਕਾਸ਼ਟ ਲੋਸਟ, ਹਰ ਸੰਗ ਹਰੀ ਸਤ ਸੰਗ ਭਏ। ਹਰ ਕੰਚਨ ਚੰਦਨ ਕੀਨੇ, ਨਾਵ ਛੇ ਖਟ ਬੋਲਹਿ ਮੁਖ ਆਗਰ। ਮੇਰਾ ਹਰ ਪ੍ਰਭ ਇਵ ਨਾ ਪਤੀਨੇ, ਜਾਨ ਨਾਨਕ ਹਰ ਹਿਰਦੈ ਸਦ ਧਿਆਵੋ। ਇਉ ਹਰ ਪ੍ਰਭ ਮੇਰਾ, ਭੀਨੇ ਹਮ ਅਵਗੁਣ ਭਰੇ। ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਿਫਤ ਖਸਮ ਦੀ, ਨੂਰ ਅਰਸੋਂ ਪੁਰ ਸੋਹ ਝਟੀਐ। ਤੁਧ ਡਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸ਼ਾਹ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ ਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਉਠ ਵੰਜ ਵਟਾਉ ਅੜਿਆ, ਤੈ ਕਿਆ ਚਿਰ ਲਾਇਆ। ਮੋਹ
मोहलत पुन्नड़िया कित कूड़ लोभाया उठ वंज वटाउड़िया तै क्या चिर लाया मोहलत पुन्नड़िया कित कूड़ लोभाया कूड़े लोभाया तो माया करहे पाप अमित्या तन पासम टेरी जम है हेरी काल बापुड़ जीत्या माल जोवन छोड़ वैसी रहो पैनण खाया नानक कमाना संग जुलिया नह जाए किरत मिटाया फातो मिर्ग जीवै पेख रैण चंद्रायण सुख हो दुख पये नित पाप कमायणा पापा कमाणे छड़ नाही लै चले घत गलाविया हर चंदौरे पे देख मूठा कूड़ से जाराविया लाभ लोभ अंकार माता गर्भ भया समायणा नानक मिर्ग अज्ञान बिन से नह मिटै आवण जायणा मिठा मख मोआ क्यों लय ओडारी हस्ती गर्त पया क्यों तरिय तारी तारण दुहिला भया खिन मह खासम चित ना आयो दुखा सजाई गणत नाही किया अपना पायो गुज्जा कमाना प्रगट हुआ इत उत है खुआरे नानक सतगुर बाज मूठा मन मुखो अहंकारी हर के दास जीवे लाग प्रभ की चरणी कंठ लगाए लिए तिस ठाकुर शरणी बाल बुद्ध ज्ञान ध्यान अपना आप नाम जपाया साध संगत आप हुआ आप जागत तराया राख लिए रखण हार सदा निर्मल करणी नानक नरक न जाहे कबहू
ਹਰ ਸੰਤ ਹਰ ਕੀ ਸ਼ਰਣੀ, ਰਾਖ ਲੀਏ ਰਖਣ ਹਾਰੈ, ਸਦਾ ਨਿਰਮਲ ਕਰਣੀ। ਨਾਨਕ ਨਰਕ ਨ ਜਾਹੇ ਕਬਹੂ, ਹਰ ਸੰਤ ਹਰ ਕੀ ਸ਼ਰਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਪਾਤਸ਼ਾਹ ਜੀ ਦੀ ਵਾਰ ਦੇ ਸ਼ਬਦ ਕੀਰਤਨ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਪਵਿੱਤਰ ਪਾਵਨ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਸਾ ਰਾਗ ਦੇ ਛੰਤਾਂ ਚੋਂ ਅੱਜ ਦਾ ਪਾਵਨ ਸ਼ਬਦ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮਹਿੰਗੀਆਂ ਬਾਣੀਆਂ ਚੋਂ ਆਸਾ ਰਾਗ ਦੇ ਛੰਤ ਹਨ, ਜਿਨ੍ਹਾਂ ਦਾ ਉਚਾਰਨ ਤੇ ਵਿਸ਼ਰਾਮ ਮਹਾਂਪੁਰਸ਼ ਬੜੇ ਡੂੰਘੇ ਢੰਗ ਨਾਲ ਦੱਸਦੇ ਹਨ। ਅੱਜ ਦੇ ਪਾਵਨ ਛੰਤ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਗੁਰਦੇਵ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਉਠ ਬੰਜ ਵਟਾਉ ਅੜਿਆ, ਤੈ ਕਿਆ ਚਿਰ ਲਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਸਾ ਰਾਗ ਵਿੱਚ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਦੇ ਹਨ। ਉੱਠ ਬਈ ਐ ਮੁਸਾਫਰਾ, ਐ ਰਾਹਗੀਰਾ, ਉੱਠ ਸਾਵਧਾਨ ਹੋ ਤੇ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਵਾਲੇ ਪਾਸੇ ਲੱਗ। ਤੂੰ ਕਿਉਂ ਦੇਰੀ ਲਾਈ ਹੋਈ ਹੈ? ਤੈਂ ਕਿਆ ਚਿਰ ਲਾਇਆ? ਤੂੰ ਕਿਉਂ ਚਿਰ ਲਾਇਆ ਹੋਇਆ? ਚਿਰ ਆਪਾਂ ਕਹਿ ਦਿੰਦੇ ਚਿਰੋਕਣਾ, ਚਿਰਾਂ ਤੋਂ। ਏਦਾਂ ਚਿਰ ਦਾ ਮਤਲਬ ਹੁੰਦਾ ਦੇਰੀ। ਕਿਉਂ ਦੇਰੀ ਲਾਉਣਾ? ਪਰਮੇਸ਼ਰ ਦੇ ਭਜਨ ਵਾਸਤੇ ਦੇਰੀ ਕਿਉਂ? ਕੋਈ ਹੋਰ ਕੰਮ ਧੰਦਾ ਕਰਨਾ ਹੋਵੇ ਬੜਾ ਉਦਮ ਕਰਦਾ, ਬੜੀ ਛੇਤੀ ਨਾਲ ਕਰਦਾ, ਤੇ ਜਦੋਂ ਪਰਮੇਸ਼ਰ ਦੀ ਬੰਦਗੀ ਦੀ ਗੱਲ ਆਉਂਦੀ ਹੈ, ਪਰਮੇਸ਼ਰ ਦੇ ਨਾਮ ਜਪਣ ਦੀ ਗੱਲ ਆਉਂਦੀ ਹੈ, ਉਦੋਂ ਤੂੰ ਦੇਰੀ ਲਾਉਣਾ। ਉੱਠ ਰਾਹਗੀਰਾ, ਤੂੰ ਰਸਤੇ ਦੇ ਉੱਤੇ ਹੈ। ਇਹ ਸੰਸਾਰ ਮੁਸਾਫਰਖਾਨਾ ਹੈ। ਇਸ ਮੁਸਾਫਰਖਾਨੇ ਤੋਂ ਤੂੰ ਚਲਿਆ ਜਾਣਾ, ਤੇ ਜੇ ਤਾਂ ਚਲਿਆ ਜਾਣਾ ਤੇ ਫਿਰ ਤੂੰ ਪਰਮੇਸ਼ਰ ਦੀ ਬੰਦਗੀ ਨੂੰ ਕਿਉਂ ਚਿਰ ਲਾਇਆ ਹੋਇਆ? ਦੂਜਾ ਅਰਥ ਏਦਾਂ ਵੀ ਮਹਾਂਪੁਰਸ਼ਾਂ ਨੇ ਕੀਤਾ ਹੈ, ਐ ਉੱਠ ਕੇ ਚਲੇ ਜਾਣ ਵਾਲਿਆ ਬੰਦਿਆ, ਉੱਠ ਕੇ ਚਲੇ ਜਾਣ ਵਾਲਿਆ ਬੰਦਿਆ, ਤੂੰ ਇਸ ਸੰਸਾਰ ਤੋਂ ਚਲੇ ਜਾਣਾ
ਤੇ ਟੁਰ ਜਾਣ ਵਾਲਿਆ ਬੰਦਿਆ, ਕਿਉਂ ਪਰਮੇਸ਼ਰ ਦੀ ਬੰਦਗੀ ਨੂੰ ਚਿਰ ਲਾਇਆ ਹੋਇਆ? ਤੂੰ ਕਿਉਂ ਸਾਧ ਸੰਗਤ ਕਰਨ ਵਾਸਤੇ ਚਿਰ ਲਾਉਣਾ? ਯਾਨੀ ਕਿ ਜਦੋਂ ਕੋਈ ਭਲਾ ਕੰਮ ਕਰਨਾ ਹੈ, ਉਸ ਵੇਲੇ ਚਿਰ ਨਾ ਲਾਈ, ਤਾਤਕਾਲ ਉਸੇ ਵੇਲੇ ਕਰ ਲਈ। ਕੋਈ ਵੀ ਸੰਸਾਰ ਦਾ ਅਸੀਂ ਵਿਕਾਰੀ ਕਰਮ ਕਰਨਾ ਹੋਵੇ, ਉਸ ਵਿਕਾਰੀ ਕਰਮ ਨੂੰ ਕਰਨ ਵੇਲੇ ਮਨੁੱਖ ਬੜੀ ਛੇਤੀ ਉਦਮੀ ਹੋ ਜਾਂਦਾ ਹੈ। ਜਦੋਂ ਗੱਲ ਪਰਮੇਸ਼ਰ ਦੇ ਭਜਨ ਦੀ ਹੋਵੇ, ਅਕਾਲ ਪੁਰਖ ਦੀ ਬੰਦਗੀ ਦੀ ਹੋਵੇ, ਉਦੋਂ ਆਲਸ ਕਰ ਲੈਂਦਾ। ਇਹ ਖੇਡ ਪਰਮੇਸ਼ਰ ਦੀ ਸੁੱਤੇ ਸਿੱਧੀ ਵਰਤਦੀ ਹੈ ਸਾਡੇ ਨਾਲ। ਇਹਦਾ ਕਾਰਨ ਹੈ ਕਿ ਸਾਨੂੰ ਆਪਣੇ ਨਿਜ ਦਾ ਗਿਆਨ ਨਾ ਹੋਣ ਕਾਰਨ, ਆਪਣੇ ਆਪੇ ਦੀ ਸੋਝੀ ਨਾ ਹੋਣ ਕਾਰਨ, ਕੱਚ ਪਿੱਚ ਵਾਲੇ ਪਾਸੇ ਸਾਡਾ ਧਿਆਨ ਹੈ, ਜੋ ਸੱਚ ਹੈ ਉਸ ਪਾਸੇ ਸਾਡੀ ਸੁਰਤ ਨਹੀਂ ਗਈ। ਜੇ ਕਿਤੇ ਸੱਚ ਵਾਲੇ ਪਾਸੇ ਸੁਰਤ ਚਲੀ ਜਾਵੇ ਤਾਂ ਫਿਰ ਨਾਮ ਜਪਣ ਦਾ ਉਦਮ ਸੁੱਤੇ ਸਿੱਧੀ ਹਿਰਦੇ 'ਚ ਜਾਗ ਪੈਂਦਾ। ਕਦੇ ਕਿਸੇ ਮਹਾਂਪੁਰਸ਼ ਨੂੰ, ਮਹਾਤਮਾ ਨੂੰ ਬੰਦਗੀ ਕਰਨ ਵੇਲੇ ਆਲਸ ਕਰਦਿਆਂ ਨਹੀਂ ਵੇਖਿਆ। ਉਹਨਾਂ ਨੂੰ ਨਹੀਂ ਕਦੇ ਵੇਖਿਆ ਕਿ ਉਹਨਾਂ ਨੇ ਅੰਮ੍ਰਿਤ ਵੇਲਾ ਨਾ ਸੰਭਾਲਿਆ ਹੋਵੇ। ਰਾਤ ਨੂੰ ਭਾਵੇਂ ਜਿੰਨੇ ਵਜੇ ਮਰਜ਼ੀ ਪੈਣ, ਫਿਰ ਉਹਨਾਂ ਨੇ ਅੰਮ੍ਰਿਤ ਵੇਲੇ ਦੀ ਸਾਧਨਾ ਜਿਹੜੀ ਆ ਉਹ ਕਰ ਹੀ ਲੈਣੀ ਆ। ਉਹ ਆਲਸੀ ਨਹੀਂ ਹੁੰਦੇ, ਦਲਿੱਦਰੀ ਨਹੀਂ ਹੁੰਦੇ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਜੋ ਸੱਚ ਹੈ ਉਹ ਵਿਹਾਜਣਾ। ਸਾਡੀ ਸੁਰਤ ਜਦੋਂ ਤੱਕ ਸੱਚ ਨਾਲ ਜੁੜੀ ਨਹੀਂ ਹੋਈ, ਜਦੋਂ ਤੱਕ ਸਾਡਾ ਤਾਲਮੇਲ ਕੱਚ ਨਾਲ ਬਣਿਆ ਹੋਇਆ ਹੈ, ਉਦੋਂ ਤੱਕ ਜੇ ਸੱਚ ਨੂੰ ਵਿਹਾਜਣਾ ਪਵੇ ਤਾਂ ਉਦੋਂ ਤੱਕ ਸਾਡੇ ਹਿਰਦੇ 'ਚ ਆਲਸ ਤੇ ਦਲਿੱਦਰ ਬਣਿਆ ਰਹਿੰਦਾ। ਤੋ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਚੇਤ ਕਰਦੇ ਆ, ਸਾਵਧਾਨ ਕਰਦੇ ਆ ਕਿ ਹੇ ਰਾਹਗੀਰਾ, ਹੇ ਸੰਸਾਰ ਤੋਂ ਟੁਰ ਜਾਣ ਵਾਲੇ ਬੰਦਿਆ, ਮਨੁੱਖਾ, ਤੂੰ ਕਿਉਂ ਚਿਰ ਲਾਇਆ? ਸੰਗਤ ਕਰਨ ਵਾਸਤੇ ਚਿਰ ਕਿਉਂ ਲਾਉਣਾ? ਜਦੋਂ ਦਿਲ ਕਰੇ ਵੀ ਸੰਗਤ 'ਚ ਜਾਣਾ ਤੇ ਝੱਟ ਆ ਜਾਇਆ ਕਰ, ਕਿਉਂਕਿ ਕੋਈ ਪਤਾ ਨਹੀਂ ਦੁਬਾਰਾ ਮਨ ਦੀ ਮਨ 'ਚ ਨਾ ਰਹਿ ਜਾਏ। ਸਰੀਰਾਂ ਦਾ ਕਿਆ ਪਤਾ ਹੈ। ਜਦੋਂ ਮਨ 'ਚ ਫੁਰਨਾ ਆਵੇ, ਭਜਨ ਕਰਨਾ, ਬਾਣੀ ਪੜ੍ਹਨੀ, ਅੰਮ੍ਰਿਤ ਛਕਣਾ, ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਉਹ ਤਾਤਕਾਲ ਝੱਟ ਕਰ ਲਈ। ਉਹਦੇ ਵਾਸਤੇ ਦੇਰੀ ਨਾ ਕਰੀ। ਜੇ ਦੇਰੀ ਕਰਨੀ ਹੈ ਤਾਂ ਮਾੜੇ ਕੰਮ ਨੂੰ ਦੇਰੀ ਕਰੇ। ਜਦੋਂ ਕਿਤੇ ਮਨ 'ਚ ਮਾੜਾ ਕੰਮ ਕਰਨ ਨੂੰ ਫੁਰਨਾ ਪੈਦਾ ਹੋਵੇ, ਉਹਨੂੰ ਟਾਲ ਦੇਈ। ਜਦੋਂ ਕੋਈ ਭੈੜਾ ਕੰਮ ਕਰਨ ਨੂੰ ਇੱਛਾ ਜਾਗੇ ਤਾਂ ਉਹਨੂੰ ਟਾਲਣ ਦਾ ਯਤਨ ਕਰਨਾ ਕਿ ਸ਼ਾਇਦ ਉਹ ਟਾਲੀ ਜਾਵੇ। ਉਹਨੂੰ ਟਾਲਣ ਦਾ ਹੀ ਯਤਨ ਕਰਕੇ ਯਤਨਸ਼ੀਲ ਹੋਣਾ। ਤੇ ਜਦੋਂ ਕੋਈ ਚੰਗਾ ਭਲਾ ਕੰਮ ਕਰਨਾ, ਉਹਦੇ ਵਾਸਤੇ ਹਮੇਸ਼ਾ ਤਾਤਕਾਲ ਉਸੇ ਵੇਲੇ ਤਿਆਰ ਬਰ ਤਿਆਰ ਰਹਿਣਾ। ਮਹਾਰਾਜ ਜੀ ਕਹਿੰਦੇ ਕਿਉਂ ਚਿਰ ਲਾਉਣਾ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ? ਮੋਹ ਲਾਤਾ ਪੁੰਨੜੀਆ, ਕੀਤਾ ਕੂੜ ਲੋਭਾਇਆ। ਹਰ ਇੱਕ ਬੰਦੇ ਨੂੰ ਮੋਹਲਤ ਮਿਲੀ ਹੋਈ ਹੈ, ਜਿਹਨੂੰ ਆਪਾਂ ਉਮਰ ਕਹਿੰਦੇ ਆ। ਉਹ ਮੋਹਲਤ ਮਿਲੀ ਹੋਈ, ਸਮਾਂ ਮਿਲਿਆ ਹੋਇਆ। ਮਹਾਰਾਜ ਜੀ ਕਹਿੰਦੇ ਸੱਜਣਾ, ਤੇਰੀ ਜਿਹੜੀ ਮੋਹਲਤ ਹੈ ਉਹ ਪੁੰਨੜੀਆ, ਛੇਤੀ ਪੂਰਨ ਹੋਣ ਵਾਲੀ ਹੈ। ਪਲ ਪਲ ਕਰਕੇ, ਛਿਨ ਛਿਨ ਕਰਕੇ, ਘੜੀ ਘੜੀ ਕਰਕੇ ਤੂੰ ਆਪਣੀ ਉਸ ਮੋਹਲਤ ਦੇ ਨੇੜੇ ਜਾ ਰਿਹਾ ਹੈ। ਜਿਹੜੀ ਪਾਰ ਬ੍ਰਹਮ ਪਰਮੇਸ਼ਰ ਨੇ ਵਿਧਾਤੇ ਨੇ ਤੈਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਹੈ ਨਾ, ਉਹਨੂੰ ਖਰਚਦਿਆਂ ਖਰਚਦਿਆਂ ਤੂੰ ਆਪਣਾ ਸਮਾਂ ਪੂਰਾ ਕਰ ਰਿਹਾ ਹੈ ਜ਼ਿੰਦਗੀ ਦਾ। ਮਹਾਰਾਜ ਜੀ ਕਹਿੰਦੇ ਸੱਜਣਾ, ਤੇਰੀ ਮੋਹਲਤ ਪੂਰਨ ਹੋ ਰਹੀ ਹੈ। ਤੂੰ ਕੂੜ ਦੇ ਵਿੱਚ ਲੁਭਾਏਮਾਨ ਹੋ ਰਿਹਾ ਹੈ। ਕਿਤ ਕੂੜ ਲੁਭਾਇਆ, ਕਿੱਥੇ ਤੂੰ ਝੂਠ ਦੇ ਵਿੱਚ ਲੁਭਾਏਮਾਨ ਹੋ ਕੇ, ਲੋਭੀ ਹੋ ਕੇ ਕੂੜ ਹੀ ਵਿਹਾਜ ਰਿਹਾ ਤੇ ਝੂਠ ਦੇ ਵਿੱਚ ਹੀ ਖਚਤ ਹੋ ਰਿਹਾ ਹੈ। ਕੂੜੇ ਲੋਭਾਇਆ ਧੋਹ ਮਾਇਆ, ਕਰਹਿ ਪਾਪ ਅਮਿੱਤਿਆ। ਝੂਠ ਦੇ ਵਿੱਚ ਲੁਭਾਏਮਾਨ ਹੋ ਕੇ ਮਾਇਆ ਦਾ ਧੋਖਾ ਤੈਨੂੰ ਵਿਆਪ ਰਿਹਾ ਹੈ। ਧੋਹ ਦਾ ਮਤਲਬ ਹੁੰਦਾ ਧੋਖਾ। ਮਾਇਆ ਤੈਨੂੰ ਧੋਖਾ ਦੇ ਰਹੀ ਹੈ ਤੇ ਮਾਇਆ ਦੇ ਧੋਖੇ ਦੇ ਵਿੱਚ ਪਿਆ ਹੋਇਆ ਤੂੰ ਝੂਠ ਵਿੱਚ ਲੁਭਾਏਮਾਨ ਹੈ ਔਰ ਅਣਗਿਣਤ ਪਾਪ ਕਰ ਰਿਹਾ। ਕਰਹਿ ਪਾਪ ਅਮਿੱਤਿਆ। ਅਮਿੱਤਿਆ ਦਾ ਮਤਲਬ ਹੁੰਦਾ ਵੀ ਅਮੇਣਵੇਂ, ਗਿਣੇ ਨਹੀਂ ਜਾਂਦੇ। ਇੰਨੇ ਪਾਪ ਤੂੰ ਕਰ ਰਿਹਾ ਝੂਠ ਦੇ ਵਿੱਚ ਲੱਗ ਕੇ, ਮਾਇਆ ਦੇ ਧੋਖੇ ਵਿੱਚ ਆਇਆ ਹੋਇਆ। ਜਦੋਂ ਲੋਭ ਆਵੇਗਾ ਤੇ ਲੋਭ ਬੰਦੇ ਨੂੰ ਪਾਪ ਵਾਲੇ ਪਾਸੇ ਪ੍ਰੇਰੇਗਾ ਹੀ ਪ੍ਰੇਰੇਗਾ। ਇਹ ਸੁੱਤੇ ਸਿੱਧ ਹੈ।
ਕਿਉਂਕਿ ਪਾਪ ਦਾ ਬਾਪ ਜਿਹੜਾ ਉਹ ਲੋਭ ਹੈ। ਲੋਭ ਤੋਂ ਹੀ ਪਾਪ ਕਰਮ ਦੀ ਬਿਰਤੀ ਪੈਦਾ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਜਦੋਂ ਤੂੰ ਝੂਠੇ ਲੋਭ ਦੇ ਵਿੱਚ ਲੱਗ ਗਿਆ, ਮਾਇਆ ਦੇ ਧੋਖੇ ਵਿੱਚ ਆ ਕੇ, ਤੇ ਫਿਰ ਤੂੰ ਅਣਗਿਣਤ ਪਾਪ ਕਰੇਗਾ ਔਰ ਕਰ ਵੀ ਰਿਹਾ। ਗੰਗੂ ਪਾਪੀ ਨੇ ਲੋਭ ਵਸ ਹੋ ਕੇ ਕਿੱਡਾ ਵੱਡਾ ਪਾਪ ਕੀਤਾ। ਤਾਂ ਜ਼ਿੰਦਗੀ ਤਾਈਂ, ਰਹਿੰਦੇ ਸੰਸਾਰ ਤਾਈਂ ਉਸ ਪਾਪ ਦੇ ਬਦਲੇ ਪਾਪੀ ਗੰਗੂ ਬਾਹਮਣ ਨੂੰ ਲਾਹਨਤਾਂ ਹੀ ਪੈਂਦੀਆਂ ਰਹਿਣੀਆਂ। ਇਹ ਪਾਪ ਕਿਉਂ ਕੀਤਾ ਗੰਗੂ ਨੇ? ਲੋਭ ਵਸ ਹੋ ਕੇ ਕਿ ਮਾਤਾ ਜੀ ਦੇ ਪਾਸ ਇਹ ਮਾਇਆ ਦੀਆਂ ਅਸ਼ਰਫੀਆਂ ਦੀ ਥੈਲੀ ਹੈ, ਇਹ ਵੀ ਕਾਬੂ ਕਰਾਂਗਾ, ਉਧਰੋਂ ਇਨਾਮ ਵੀ ਲਵਾਂਗਾ ਸਰਕਾਰ ਕੋਲੋਂ ਸਾਹਿਬਜ਼ਾਦਿਆਂ ਨੂੰ ਫੜਾ ਕੇ। ਲੋਭ ਵਸ ਹੋ ਕੇ ਪਾਪ ਕੀਤਾ। ਜਦੋਂ ਬੰਦਾ ਲੋਭੀ ਹੋ ਜਾਏ ਫਿਰ ਉਹ ਕਿਸੇ ਵੀ ਪ੍ਰਕਾਰ ਦਾ ਪਾਪ ਕਰ ਗੁਜ਼ਰਦਾ ਹੈ। ਉਸ ਪਾਪ ਨੂੰ ਕਰਨ ਵੇਲੇ ਉਹਦੇ ਮਨ 'ਚ ਕਿਸੇ ਤੇ ਦਇਆ ਨਹੀਂ ਆਉਂਦੀ, ਕਰਨਾ ਨਹੀਂ ਆਉਂਦੀ। ਉਹ ਦਇਆ ਤੇ ਕਰਨਾ ਤੋਂ ਸਖਣਾ ਹੋ ਜਾਂਦਾ, ਵਿਹੂਣਾ ਹੋ ਜਾਂਦਾ। ਲੋਭ ਇਹੋ ਜਿਹਾ ਭਿਆਨਕ ਹੈ। ਤਦੇ ਮਹਾਰਾਜ ਜੀ ਨੇ ਲੋਭ ਨੂੰ ਕੁੱਤੇ ਦੀ ਤਸਬੀਹ ਦਿੱਤੀ ਆ ਗੁਰਬਾਣੀ ਵਿੱਚ, ਵੀ ਲਾਲਚੀ ਕੁੱਤਾ ਜਿਵੇਂ ਲਾਲਚੀ ਹੋ ਜਾਏ, ਹਲਕਾਇਆ ਜਾਏ, ਤੇ ਹਲਕਾਇਆ ਹੋਇਆ ਕੁੱਤਾ ਆਪਣੇ ਮਾਲਕ ਨੂੰ ਨਹੀਂ ਵੇਖਦਾ ਵੀ ਮੇਰਾ ਮਾਲਕ ਹੈ ਕਿ ਕੌਣ ਹੈ। ਉਹਨੇ ਉਹਨੂੰ ਕੱਟ ਲੈਣਾ, ਵੱਢ ਲੈਣਾ, ਔਰ ਜੋ ਉਹਦੇ ਸਾਹਮਣੇ ਆਵੇ ਉਹਨੇ ਖਾ ਭੱਖ ਜਾਣਾ। ਇਸੇ ਤਰ੍ਹਾਂ ਜਿਹੜਾ ਲੋਭੀ ਮਨੁੱਖ ਹੈ ਉਹ ਹਲਕਾਏ ਕੁੱਤੇ ਦੇ ਸਮਾਨ ਹੈ। ਹਲਕਾਏ ਹੋਏ ਕੁੱਤੇ ਦੇ ਮੂੰਹ ਵਿੱਚੋਂ ਜਿਵੇਂ ਝੱਗ ਨਿਕਲਦੀ ਹੈ, ਹਲਕਾਏ ਹੋਏ ਕੁੱਤੇ ਦੀ ਪੂੰਛ ਸਿੱਧੀ ਹੋ ਜਾਂਦੀ ਹੈ ਤੇ ਪਾਣੀ ਤੋਂ ਡਰਦਾ ਹੈ। ਹਲਕਾਏ ਕੁੱਤੇ ਦੀ ਨਿਸ਼ਾਨੀ ਹੁੰਦੀ ਹੈ। 3 ਨਿਸ਼ਾਨੀਆਂ ਦੱਸੀਆਂ ਉਹਦੀਆਂ ਕਿ ਹਲਕਾਏ ਕੁੱਤੇ ਦੇ ਮੂੰਹ 'ਚੋਂ ਇੱਕ ਤਾਂ ਝੱਗ ਨਿਕਲਦਾ ਹੈ, ਦੂਜਾ ਉਹਦੀ ਪੂੰਛ ਸਿੱਧੀ ਹੋ ਜਾਂਦੀ ਹੈ, ਤੀਜਾ ਉਹ ਪਾਣੀ ਤੋਂ ਡਰਦਾ ਹੈ। ਇੱਦਾਂ ਜਿਹੜਾ ਲੋਭੀ ਹਲਕਾਏ ਕੁੱਤੇ ਦੇ ਸਮਾਨ ਮਨੁੱਖ ਹੈ, ਉਹਦੇ ਮੂੰਹ ਵਿੱਚੋਂ ਲੋਕਾਂ ਦੀ ਨਿੰਦਾ ਰੂਪੀ ਝੱਗ ਨਿਕਲਦੀ। ਹਮੇਸ਼ਾ ਲੋਕਾਂ ਦੀ ਬੁਰਾਈ ਕਰੇਗਾ, ਨਿੰਦਾ ਕਰੇਗਾ। ਇਹ ਤਾਂ ਉਹਦੇ ਮੂੰਹ 'ਚ ਝੱਗ ਹੈ। ਫਿਰ ਜਿਵੇਂ ਕੁੱਤੇ ਦੀ ਪੂੰਛ ਸਿੱਧੀ ਹੁੰਦੀ ਹੈ, ਇੱਦਾਂ ਹੰਕਾਰ ਦੇ ਨਾਲ ਹੈਂਕੜ 'ਚ ਰਹੇਗਾ। ਤੀਜਾ ਸਾਧ ਸੰਗਤ ਰੂਪੀ ਪਾਣੀ ਤੋਂ ਡਰ ਕੇ ਰਹੇਗਾ। ਸੰਗਤ ਵਿੱਚ ਆਉਣਾ ਉਹਦਾ ਮਨ ਨਹੀਂ ਲੱਗਦਾ, ਸੰਗਤ ਵਿੱਚ ਨਹੀਂ ਆਉਂਦਾ। ਇਹ 3 ਨਿਸ਼ਾਨੀਆਂ ਹਨ ਲੋਭੀ ਮਨੁੱਖ ਦੀਆਂ। ਪਾਤਸ਼ਾਹ ਕਹਿੰਦੇ ਇਹੋ ਜਿਹਾ ਲੋਭੀ ਮਨੁੱਖ ਕਿਸੇ ਵੀ ਪ੍ਰਕਾਰ ਦਾ ਪਾਪ ਕਰੇਗਾ ਔਰ ਇਤਨੇ ਪਾਪ ਕਰੇਗਾ ਵੀ ਉਹਨਾਂ ਪਾਪਾਂ ਦੀ ਗਿਣਤੀ ਮਿਣਤੀ ਨਹੀਂ ਹੈ। ਕਰਹਿ ਪਾਪ ਅਮਿੱਤਿਆ, ਨਾ ਮਿਣੇ ਜਾਣ ਵਾਲੇ, ਨਾ ਗਿਣੇ ਜਾਣ ਵਾਲੇ ਪਾਪ ਬੰਦਾ ਕਰਦਾ ਹੈ। ਤਨ ਭਸਮ ਢੇਰੀ ਜਮ ਹੈ ਹੇਰੀ, ਕਾਲ ਬਾਪੋੜਾ ਜਿੱਤਿਆ। ਇਹ ਤਨ ਭਸਮ ਦੀ ਢੇਰੀ ਹੋ ਜਾਣਾ। ਮਹਾਰਾਜ ਜੀ ਕਹਿੰਦੇ ਸੱਜਣਾ ਕਾਹਦੇ ਭੁਲੇਖੇ 'ਚ ਪਿਆ, ਸੜ ਕੇ ਸਵਾਹ ਦੀ ਢੇਰੀ ਹੋ ਜਾਣਾ ਇਸ ਕਾਇਆ ਨੇ, ਇਸ ਤਨ ਨੇ। ਜਮ ਤੇਰੇ ਵੱਲ ਨਿਤ ਵੇਖ ਰਿਹਾ, ਜਮ ਹੈ ਹੇਰੀ, ਕਾਲ ਬੱਪੜਾ ਜਿੱਤਿਆ। ਕਾਲ ਨੇ ਇਸ ਵਿਚਾਰੇ ਮਨੁੱਖ ਨੂੰ ਜਿੱਤ ਲਿਆ। ਬੱਪੜਾ ਕਹਿੰਦੇ ਵਿਚਾਰੇ ਨੂੰ, ਇਸ ਵਿਚਾਰੇ ਜੀਵ ਨੂੰ ਕਾਲ ਨੇ ਜਿੱਤ ਲਿਆ, ਕਿਉਂਕਿ ਕਾਲ ਨਿਤ ਇਹਦੇ ਵੱਲ ਵੇਖਦਾ ਸੀ, ਜਮ ਇਹਦੇ ਵੱਲ ਨਿਤ ਵੇਖਦਾ ਸੀ। ਜਦੋਂ ਇਹ ਤਨ ਭਸਮ ਦੀ ਢੇਰੀ ਹੋਇਆ ਤਾਂ ਕਾਲ ਨੇ, ਮੌਤ ਨੇ ਇਸ ਜੀਵ ਵਿਚਾਰੇ ਨੂੰ ਜਿੱਤ ਲਿਆ। ਮਾਲ ਜੋਬਨ ਛੋੜ ਵੈਸੀ, ਰਹਿਓ ਪੈਨਣ ਖਾਇਆ। ਕਹਿੰਦੇ ਜਿਹੜਾ ਮਾਲ ਸੰਪਦਾ ਸੀ ਕੋਲ, ਜੋਬਨ ਧਨ ਜਵਾਨੀ ਸੀ, ਉਹ ਸਭ ਕੁਝ ਛੱਡ ਕੇ ਚਲਾ ਗਿਆ। ਛੋੜ ਵੈਸੀ, ਛੋੜ ਕੇ ਜਾਣਾ ਪਿਆ, ਛੱਡ ਕੇ। ਰਹਿਓ ਪਹਿਨਣ ਖਾਇਆ, ਜਿਹੜਾ ਪਹਿਨਣਾ ਖਾਣਾ ਸੀ ਉਹਦੇ ਤੋਂ ਵੀ ਰਹਿਤ ਹੋ ਗਿਆ। ਨਾ ਹੁਣ ਪਹਿਨਣ ਨੂੰ ਬਸਤਰ ਭਾਵੇਂ ਬੇਅੰਤ ਰੱਖੇ ਸੀ ਉਹ ਵੀ ਰਹਿ ਗਏ, ਖਾਣ ਨੂੰ ਅਨੇਕਾਂ ਪਦਾਰਥ ਸਨ ਉਹ ਵੀ ਰਹਿ ਗਏ, ਉਹ ਵੀ ਹੁਣ ਖਾਣੇ ਨਸੀਬ ਨਹੀਂ ਹੋਏ। ਨਾਨਕ ਕਮਾਣਾ ਸੰਗ ਜੁਲਿਆ, ਨਹਿ ਜਾਏ ਕਿਰਤ ਮਿਟਾਇਆ। ਕਹਿੰਦੇ ਸਭ ਕੁਝ ਰਹਿ ਗਿਆ, ਕੁਝ ਨਾਲ ਵੀ ਚੱਲਿਆ ਕਿ ਨਹੀਂ। ਮਾਲ ਜੋਬਨ ਸਭ ਕੁਝ, ਸੰਪਦਾ ਵਿਭੂਤੀ, ਖਾਣਾ ਪਹਿਨਣਾ ਸਭ ਰਹਿ ਗਿਆ ਇੱਥੇ ਹੀ। ਕਹਿੰਦੇ ਫਿਰ ਨਾਲ ਕੀ ਚੱਲਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਹੜੇ ਕਰਮ ਕਮਾਏ ਸੀ ਉਹ ਨਾਲ ਚੱਲਿਆ। ਨਾਨਕ ਕਮਾਣਾ ਸੰਗ ਜੁਲਿਆ, ਜੁਲਿਆ ਕਹਿੰਦੇ ਚੱਲਣ ਨੂੰ। ਕਹਿੰਦੇ ਜਿਹੜੇ ਕਰਮ ਕਮਾਏ ਸਨ ਉਹ ਹੁਣ ਨਾਲ ਚੱਲੇ ਆ, ਕਿਉਂਕਿ ਉਹ ਤਾਂ ਨਾਲ ਹੀ ਰਹਿਣੇ ਆ ਨਾ ਮਨੁੱਖ ਦੇ।
ਨਾਨਕ ਕਮਾਣਾ ਸੰਗ ਜੁਲਿਆ, ਨਹਿ ਜਾਏ ਕਿਰਤ ਮਿਟਾਇਆ। ਜਿਹੜੇ ਕੀਤੇ ਕਰਮ ਸਨ ਹੁਣ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਉਹ ਮਿਟਾਏ ਨਹੀਂ ਜਾ ਸਕਦੇ। ਕੀਤੇ ਹੋਏ ਕਰਮਾਂ ਦੇ ਮੁਤਾਬਕ ਲੇਖ ਲਿਖੇ ਗਏ। ਜੇ ਆ ਜਾਂਦਾ ਗੁਰੂ ਦੀ ਸ਼ਰਨ 'ਚ, ਜੇ ਆ ਜਾਂਦਾ ਗੁਰੂ ਦੀ ਪਨਾਹ ਵਿੱਚ, ਤਾਂ ਸਤਿਗੁਰੂ ਦੀ ਸ਼ਰਨ ਆਇਆ, ਉਹ ਮਾੜੇ ਭੈੜੇ ਲੇਖ ਕੱਟੇ ਜਾਂਦੇ, ਸਤਿਗੁਰੂ ਜੀ ਮੁਕਤੀ ਪ੍ਰਦਾਨ ਕਰ ਦਿੰਦੇ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨੇ ਕਾਂਗੜ ਦੀ ਜੂਹ 'ਚ ਬੈਠੇ ਹੈ। ਇੱਥੇ ਮਹਾਰਾਜ ਜੀ ਦੇ ਸੇਵਕ ਨੇ ਚੌਧਰੀ ਸ਼ਮੀਰ, ਚੌਧਰੀ ਲਖਮੀਰ, ਚੌਧਰੀ ਤਖਤਮਲ, ਤਿੰਨੇ ਭਰਾ ਸਨ। ਇਹ ਜੋਧ ਰਾਏ ਦੀ ਅੰਸ਼ ਵੰਸ਼ ਵਿੱਚੋਂ ਸਨ। ਭਾਈ ਜੋਧ ਰਾਏ ਜਿਹੜਾ 6ਵੇਂ ਪਾਤਸ਼ਾਹ ਦਾ ਸੇਵਕ ਸੀ। ਚੌਧਰੀ ਸ਼ਮੀਰ ਮਹਾਰਾਜ ਜੀ ਦਾ ਸੇਵਕ ਹੈ। 10ਵੇਂ ਪਾਤਸ਼ਾਹ ਨੂੰ ਬੇਨਤੀ ਕਰਦਿਆਂ ਇੱਕ ਦਿਨ ਕਹਿੰਦਾ, ਮਹਾਰਾਜ ਕਿਰਪਾ ਕਰੋ, ਜੇ ਮੇਰੇ ਤੇ ਤਰੁੱਠੇ ਹੋ, ਰਹਿਮਤ ਦੇ ਘਰ ਵਿੱਚ ਆਏ ਹੋ, ਤਾਂ ਮੇਰਾ ਜਨਮ ਮਰਨ ਕੱਟ ਦਿਓ, ਮੇਰਾ ਜਨਮ ਮਰਨ ਮੇਟ ਦਿਓ ਮਹਾਰਾਜ। ਕਲਗੀਧਰ ਪਾਤਸ਼ਾਹ ਕਹਿੰਦੇ, ਸ਼ਮੀਰ ਕੁਝ ਹੋਰ ਮੰਗ ਲੈ। ਕਹਿਣ ਲੱਗਾ, ਨਹੀਂ ਮਹਾਰਾਜ ਜੀ, ਮੈਨੂੰ ਕਿਰਪਾ ਕਰਕੇ ਇਹੋ ਦਾਤ ਚਾਹੀਦੀ ਹੈ। ਮਹਾਰਾਜ ਜੀ ਨੇ ਟਾਲਾ ਵੱਟ ਲਿਆ। 1-2 ਦਿਨ ਲੰਘੇ, ਇੱਕ ਦਿਨ ਫਿਰ ਸਤਿਗੁਰੂ ਜੀ ਰੀਝੇ, ਕਹਿੰਦੇ, ਸ਼ਮੀਰ ਮੰਗ ਲੈ, ਕੀ ਚਾਹੀਦਾ? ਕਹਿਣ ਲੱਗਾ, ਪਾਤਸ਼ਾਹ ਕਿਰਪਾ ਕਰੋ, ਮੇਰਾ ਜਨਮ ਮਰਨ ਕੱਟ ਦਿਓ। ਗਰੀਬ ਨਵਾਜ ਸਾਹਿਬ ਕਹਿੰਦੇ, ਕੁਝ ਹੋਰ ਮੰਗ ਲੈ। ਕਹਿਣ ਲੱਗਾ, ਨਹੀਂ ਮਹਾਰਾਜ ਜੀ, ਇਹੋ ਮੰਗ ਚਾਹੀਦੀ ਹੈ। ਪਾਤਸ਼ਾਹ ਨੇ ਫਿਰ ਗੱਲਾਂ ਹੋਰ ਚਲਾ ਲਈਆਂ, ਫਿਰ ਉੱਥੇ ਹੀ ਉਹ ਵਿਸ਼ਾ ਛੱਡ ਦਿੱਤਾ। ਕੁਝ ਦਿਨਾਂ ਬਾਅਦ ਫਿਰ ਮਹਾਰਾਜ ਜੀ ਪੁੱਛਦੇ ਆ, ਸ਼ਮੀਰ ਤੇਰੇ ਤੇ ਬੜੇ ਖੁਸ਼ ਆ, ਤੂੰ ਸਾਡੀ ਸੇਵਾ ਕੀਤੀ ਹੈ, ਟਹਿਲ ਕੀਤੀ ਹੈ, ਮੰਗ ਕੀ ਚਾਹੀਦਾ? ਕਹਿਣ ਲੱਗਾ, ਹੇ ਬਾਜਾਂ ਵਾਲੇ ਕਲਗੀਧਰ ਸੁਆਮੀ, ਕਿਰਪਾ ਕਰੋ, ਮੇਰਾ ਜਨਮ ਮਰਨ ਕੱਟ ਦਿਓ, ਮੈਂ ਜਨਮ ਮਰਨ ਤੋਂ ਮੁਕਤ ਹੋ ਜਾਵਾਂ, ਇਹੀ ਦਾਨ ਤੁਹਾਡੇ ਚਰਨਾਂ 'ਚੋਂ ਮੰਗਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਤੂੰ ਵੀ ਅੜਬ ਹੈ ਵੀ ਜੇ ਕਿਤੇ ਜ਼ਿਮੀਂਦਾਰ ਦੇ ਮਨ 'ਚ ਆ ਜੇ ਨਾ ਵੀ ਮੈਂ ਕੰਧ ਕੋਲੋਂ ਮੰਗਣਾ, ਤੇ ਕੰਧ ਦੀ ਵੀ ਕੀ ਮਜਾਲ ਹੈ ਵੀ ਉਹਨੂੰ ਨਾ ਦੇਵੇ। ਇਸ ਕਰਕੇ ਤੂੰ ਜਿਹੜੀ ਇਹ ਮੰਗ ਮੰਗਦਾ, ਕੱਲ ਨੂੰ ਆਈ, ਕੱਲ ਨੂੰ ਤੈਨੂੰ ਇਹ ਦਾਨ ਦੇਵਾਂਗੇ। ਚੌਧਰੀ ਸ਼ਮੀਰ ਮਹਾਰਾਜ ਜੀ ਕੋਲ ਆਗਿਆ ਲੈ ਕੇ ਘਰ ਗਿਆ। ਰਾਤ ਨੂੰ ਸੁੱਤਾ ਤੇ ਸੁੱਤੇ ਪਿਆ ਕੀ ਵੇਖਦਾ ਹੈ, ਸੁਪਨਾ ਆਇਆ। ਸੁਪਨੇ 'ਚ ਇਹਦਾ ਸਰੀਰ ਛੁੱਟ ਗਿਆ ਹੈ। ਇਹ ਸਰੀਰ ਛੁੱਟਣ ਤੋਂ ਬਾਅਦ ਇੱਕ ਕਾਂ ਦੀ ਜੂਨੀ 'ਚ ਪਿਆ। ਕਾਂ ਦੀ ਜੂਨੀ ਭੋਗੀ, ਫਿਰ ਇੱਕ ਕੂਕਰ ਦੀ ਜੂਨੀ 'ਚ ਆਇਆ ਹੈ। ਅਨੇਕ ਜੂਨੀਆਂ ਦੇ ਵਿੱਚ ਸਾਰੀ ਰਾਤ ਸੁਪਨੇ 'ਚ ਭਟਕਦਾ ਰਿਹਾ। ਅਖੀਰ ਨੂੰ ਇੱਕ ਚੰਡਾਲ ਦਾ ਜਨਮ ਪ੍ਰਾਪਤ ਹੋਇਆ। ਚੰਡਾਲ ਦੇ ਜਨਮ ਦੇ ਵਿੱਚ ਇਹਦਾ ਪਰਿਵਾਰ ਹੋਇਆ, ਪਰਿਵਾਰ ਦੇ ਜੀ ਹੋਏ। ਇਹਨੇ ਰਾਤ ਨੂੰ ਪੀਲੂ ਖਾਧੇ, ਸੁੱਕੇ ਪੀਲੂ ਖਾਧੇ, ਤੇ ਰਾਤ ਬੀਤ ਗਈ। ਸਵੇਰੇ ਜਦੋਂ ਅੱਖ ਖੁੱਲੀ ਤੇ ਹੈਰਾਨ ਹੋਇਆ ਵੀ ਇਹ ਸੁਪਨਾ ਕਿਹੋ ਜਿਹਾ ਸੀ, ਵੀ ਸਾਰੀ ਰਾਤ ਸੁਪਨੇ 'ਚ ਜੰਮਦਾ ਮਰਦਾ ਹੀ ਰਿਹਾ, ਕਦੇ ਕਾਂ, ਕਦੇ ਕੁੱਤਾ, ਕਦੇ ਕਿਹੜੀ ਜੂਨੀ, ਕਦੇ ਕਿਹੜੀ ਜੂਨੀ, ਮੁੜ ਕੇ ਚੰਡਾਲ ਦੀ ਜੂਨੀ ਮਿਲੀ, ਪੀਲੂ ਖਾਧੇ। ਵੀ ਇਹ ਕਿੱਦਾਂ ਦਾ ਸੁਪਨਾ ਆਇਆ, ਬੜਾ ਅਜੀਬੋ ਗਰੀਬ ਸੁਪਨਾ ਸੀ। ਸਵੇਰੇ ਜਦੋਂ ਸਰੀਰ ਦੀ ਕਿਰਿਆ ਸੋਧਣ ਵਾਸਤੇ ਗਿਆ, ਮਲ ਤਿਆਗ ਕੀਤਾ ਤੇ ਹੈਰਾਨੀ ਦੀ ਹੱਦ ਨਾ ਰਹੀ। ਮਲ ਵਿੱਚ ਪੀਲੂ ਦੇ ਬੀਜ ਸਨ। ਹੈਰਾਨੀ ਦੇ ਨਾਲ ਸੋਚਦਾ, ਵੇਖਦਾ ਹੈ ਵੀ ਇਹ ਗੱਲ ਕੀ ਹੈ। ਪੀਲੂ ਤਾਂ ਮੈਂ ਸੁਪਨੇ 'ਚ ਖਾਧੇ ਸਨ, ਸੁਪਨੇ 'ਚ ਖਾਧੇ ਪੀਲੂਆਂ ਦਾ ਅਵੇਸ਼ ਇਦਾਂ ਕਿਵੇਂ ਨਜ਼ਰ ਆ ਰਿਹਾ ਹੈ ਵੀ ਮੈਂ ਤਾਂ ਰਾਤ ਪ੍ਰਸ਼ਾਦਾ ਪਾਣੀ ਛਕ ਕੇ ਸੁੱਤਾ, ਪੀਲੂ ਖਾਧੇ ਨੇ ਤਾਂ ਮੈਨੂੰ ਕਿਤਨਾ ਸਮਾਂ ਬੀਤ ਗਿਆ। ਸਮਝ ਨਾ ਆਵੇ ਵੀ ਇਹ ਸੁਪਨਾ ਸੀ ਕਿ ਸੱਚ ਸੀ। ਭਰਮ ਦੇ ਵਿੱਚ ਪਿਆ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਦਿਨ ਚੜ੍ਹਦਿਆਂ ਹਾਜ਼ਰ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ। ਮਹਾਰਾਜ ਜੀ ਕਹਿੰਦੇ, ਸ਼ਮੀਰ ਬੜੀ ਚਿੰਤਾ ਵਿੱਚ ਹੈ। ਕਹਿਣ ਲੱਗਾ, ਹਾਂ ਮਹਾਰਾਜ ਜੀ, ਸੁਪਨਾ ਵੇਖਿਆ, ਸੁਪਨਾ ਬੜਾ ਭਿਆਨਕ ਸੀ। ਕੀ ਵੇਖਿਆ? ਕਹਿੰਦਾ ਜੀ, ਸੁਪਨੇ ਵਿੱਚ ਸਾਰੀ ਰਾਤ ਜੰਮਦਾ ਮਰਦਾ ਰਿਹਾ, ਕਦੇ ਕਿਹੜੀ ਜੂਨੀ 'ਚ, ਕਦੇ ਕਿਹੜੀ ਜੂਨੀ 'ਚ ਭਟਕਦਾ ਰਿਹਾ। ਚੰਡਾਲ ਦੀ ਜੂਨੀ 'ਚ ਪੈ ਕੇ ਸਰੀਰ ਤਿਆਗਿਆ। ਹੈਰਾਨੀ ਹੈ ਵੀ ਪੀਲੂ ਦਾ ਜਿਹੜੇ ਮੈਂ ਰਾਤ ਸੁਪਨੇ 'ਚ ਖਾਧੇ ਸਨ, ਉਹਦੇ ਅਵੇਸ਼ ਮਲ 'ਚ ਕਿਵੇਂ ਆਏ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਤੂੰ ਕਈ ਦਿਨਾਂ ਦੀ ਮੰਗ ਮੰਗਦਾ ਸੀ, ਸਾਡਾ ਜਨਮ ਮਰਨ ਕੱਟ ਦਿਓ। ਤੂੰ ਹਾਲਾਂਕਿ ਇੰਨੇ ਜਨਮ ਤਾਂ ਧਾਰਨ ਕਰਨੇ ਸਨ, ਤੇਰੇ ਕਰਮਾਂ ਦੇ ਵਿੱਚ ਸਨ। ਇਹ ਤੇਰੇ ਕੀਤੇ ਕਰਮਾਂ ਦਾ ਫਲ ਤੈਨੂੰ ਮਿਲਣਾ ਸੀ।
ਇਹ ਜੂਨੀਆਂ ਤਾਂ ਆਪਣੀਆਂ ਆਉਣ ਵਾਲੇ ਸਮੇਂ 'ਚ ਭੋਗਣੀਆਂ ਸਨ, ਪਰ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਾਡੀ ਸੇਵਾ ਕੀਤੀ ਹੈ। ਇਸ ਸੇਵਾ ਦੇ ਬਦਲੇ ਤੇਰੀਆਂ ਇਹ ਜੂਨੀਆਂ ਕੱਟੀਆਂ ਗਈਆਂ ਨੇ। ਸੁਪਨੇ ਵਿੱਚ ਹੀ ਤੇਰਾ ਜਨਮ ਮਰਨ ਅਸੀਂ ਨਿਵਾਰ ਦਿੱਤਾ ਹੈ। ਸੁਪਨੇ 'ਚ ਹੀ ਤੇਰਾ ਜਨਮ ਮਰਨ ਕੱਟ ਦਿੱਤਾ। ਤੇਰੇ ਤੇ ਸਾਡੀ ਪ੍ਰਸੰਨਤਾ ਹੋਈ ਹੈ, ਤੇਰੇ ਤੇ ਸਾਡੀ ਰੀਝਤਾਈ ਹੋਈ ਹੈ। ਇਹ ਸਮਰੱਥਾ ਕੇਵਲ ਗੁਰੂ ਕੋਲ ਹੈ। ਗੁਰੂ ਸਾਹਿਬ ਜੀ ਆਪਣੇ ਸੇਵਕਾਂ ਦੇ ਲੇਖ ਬਟਾ ਸਕਦੇ ਆ, ਜਨਮ ਮਰਨਾਂ ਦੇ ਬੰਧਨਾਂ ਤੋਂ ਆਪਣੇ ਸੇਵਕਾਂ ਨੂੰ ਮੁਕਤ ਕਰ ਸਕਦੇ ਆ। ਪਰ ਜਿਹੜਾ ਗੁਰੂ ਦੀ ਸ਼ਰਨ ਆਇਆ ਹੀ ਨਹੀਂ, ਜਿਹਨੇ ਸਾਰੀ ਜ਼ਿੰਦਗੀ ਪਾਪ ਕਰਮ ਕੀਤੇ ਆ, ਫਿਰ ਉਹਦੇ ਕਮਾਏ ਕਰਮ ਹੀ ਉਹਦੇ ਨਾਲ ਚੱਲਦੇ ਨੇ। ਨਾਨਕ ਕਮਾਣਾ ਸੰਗ ਜੁਲਿਆ, ਜਿਹੜੇ ਕਰਮ ਕਮਾਏ ਸਨ ਉਹੀ ਨਾਲ ਚੱਲੇ ਨੇ। ਨਹਿ ਜਾਏ ਕਿਰਤ ਮਿਟਾਇਆ, ਇਹਦੇ ਕੀਤੇ ਕਰਮ ਮਿਟਾਏ ਨਹੀਂ ਜਾ ਸਕਦੇ। ਪ੍ਰਾਰਬਧ ਕਰਮ, ਸੰਚਿਤ ਕਰਮ ਤੇ ਕਿਰਿਆਮਾਨ ਕਰਮ, ਤਿੰਨ ਪ੍ਰਕਾਰ ਦੇ ਕਰਮ ਹੁੰਦੇ। ਪ੍ਰਾਰਬਧ ਤਾਂ ਭੋਗ ਲੈਣੀ ਹੈ ਸਰੀਰ 'ਚ, ਜਿਹੜੇ ਜਮਾ ਤੇ ਕਿਰਿਆਮਾਨ ਕਰਮ ਨੇ ਉਹਨਾਂ ਦਾ ਲੇਖਾ ਜੋਖਾ ਫਿਰ ਅੱਗੇ ਹੁੰਦਾ ਹੈ। ਪਰ ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਏ, ਉਹਦੇ ਕਿਰਿਆਮਾਨ ਤੇ ਸੰਚਿਤ ਕਰਮ ਵੀ ਸਤਿਗੁਰੂ ਜੀ ਦਗਧ ਕਰ ਦਿੰਦੇ ਨੇ। ਪ੍ਰਾਰਬਧ ਭੋਗ ਹੀ ਲੈਣੀਆਂ, ਇੱਦਾਂ ਤਿੰਨਾਂ ਕਰਮਾਂ ਤੋਂ ਮੁਕਤ ਹੋ ਜਾਂਦਾ ਹੈ। ਪਰ ਜੇ ਸ਼ਰਨ 'ਚ ਆਇਆ ਹੀ ਨਹੀਂ, ਫਿਰ ਇਹਦੇ ਕੀਤੇ ਕਰਮਾਂ ਨੂੰ ਕੋਈ ਨਹੀਂ ਮਿਟਾ ਸਕਦਾ। ਹਾਥੋਹ ਮਿਰਗ ਜੀਵੈ ਪੀਖ ਰੈਣ ਚੰਦਰਾਇਣ। ਮਹਾਰਾਜ ਜੀ ਕਹਿੰਦੇ ਏਦਾਂ ਹਿਰਨ ਦੇ ਵਾਂਗੂ ਫਸ ਗਿਆ ਹੈ। ਸ਼ਿਕਾਰੀ ਜਦੋਂ ਹਿਰਨ ਨੂੰ ਫੜਦੇ ਆ ਨਾ ਰਾਤ ਨੂੰ, ਉਹ ਰਾਤ ਨੂੰ ਚੰਦਰਮਾ ਵਰਗੀ ਰੋਸ਼ਨੀ ਕਰਦੇ ਆ। ਚੰਦਰਮਾ ਦੀ ਰੋਸ਼ਨੀ ਨਹੀਂ ਹੁੰਦੀ ਰਾਤ ਨੂੰ, ਪਰ ਉਹ ਚੰਦਰਮਾ ਵਰਗੀ ਰੋਸ਼ਨੀ ਬਣਾਉਂਦੇ ਆ ਕੱਪੜਾ ਪਾ ਕੇ, ਵੀ ਹਿਰਨ ਨੂੰ ਇਦਾਂ ਜਾਪੇ ਜੰਗਲ 'ਚ ਵੀ ਸਾਹਮਣੇ ਚੰਦਰਮਾ ਚਮਕ ਰਿਹਾ। ਦੂਜਾ, ਉਹ ਘੰਡਾ ਹੇੜਾ ਵਜਾਉਂਦੇ ਨੇ, ਉਹਦੀ ਆਵਾਜ਼। ਦੋ ਚੀਜ਼ਾਂ ਨੂੰ ਵੇਖਦਾ, ਅੱਖਾਂ ਨਾਲ ਚਾਨਣੀ ਵੇਖਦਾ ਹਿਰਨ, ਤੇ ਕੰਨਾਂ ਨਾਲ ਘੰਡੇ ਹੇੜੇ ਦੀ ਆਵਾਜ਼ ਸੁਣਦਾ। ਤੇ ਸੁਣਦਿਆਂ ਸਾਰ ਦੌੜਿਆ ਜਾਂਦਾ ਤੇ ਸ਼ਿਕਾਰੀ ਦੇ ਕੋਲ ਜਾ ਕੇ ਆਪਣਾ ਆਪ ਬਣਾ ਲੈਂਦਾ। ਮਹਾਰਾਜ ਜੀ ਕਹਿੰਦੇ ਸੱਜਣਾ, ਤੂੰ ਵੀ ਉਸ ਹਿਰਨ ਵਾਂਗੂ ਹੈ। ਫਾਥ ਹੋ ਮਿਰਗ ਜਿਵੈ, ਤੂੰ ਵੀ ਕਹਿੰਦੇ ਫਾਥਿਆ ਫਸ ਗਿਆ ਹਿਰਨ ਵਾਂਗੂ। ਪੇਖ ਰੈਣ ਚੰਦਰਾਇਣ, ਕਹਿੰਦੇ ਚੰਦਰਮਾ ਜੈਸੀ ਰੋਸ਼ਨੀ ਵੇਖ ਕੇ, ਚੰਦਰਮਾ ਜੈਸੀ ਰੋਸ਼ਨੀ, ਪਰ ਇਸਤਰੀ ਦਾ ਰੂਪ ਵੇਖ ਕੇ ਔਰ ਉਹਦੀਆਂ ਮਿੱਠੀਆਂ ਮਿੱਠੀਆਂ ਭੈੜੀਆਂ ਬਾਤਾਂ ਸੁਣ ਕੇ, ਕਿਉਂਕਿ ਘੰਡੇ ਹੇੜੇ ਦੀ ਆਵਾਜ਼ ਸੁਣ ਕੇ ਹਿਰਨ ਫਸ ਜਾਂਦਾ ਹੈ, ਤੇ ਡੁਪਲੀਕੇਟ ਜਿਹੜੀ ਚੰਦਰਮਾ ਦੀ ਚਾਨਣੀ ਆ ਉਹਨੂੰ ਵੇਖ ਕੇ ਫਸ ਜਾਂਦਾ। ਕਹਿੰਦੇ ਇਸੇ ਤਰ੍ਹਾਂ ਐ ਮਨੁੱਖ ਹੈ ਜੀਵ, ਤੂੰ ਵੀ ਇਹ ਦੋ ਚੀਜ਼ਾਂ ਨੂੰ ਗ੍ਰਹਿਣ ਕੀਤਾ ਹੈ। ਪਰ ਇਸਤਰੀ ਜਾਂ ਪਰ ਤਨ ਜਾਂ ਪਰ ਪੁਰਖ ਦਾ ਸਵਰੂਪ ਵੇਖ ਕੇ, ਡੁਪਲੀਕੇਟ ਜਿਹੜੀ ਚੰਦਰਮਾ ਦੀ ਚਾਨਣੀ ਸੀ ਉਹਨੂੰ ਤੱਕ ਕੇ, ਫਿਰ ਉਹਦੀਆਂ ਜਿਹੜੀਆਂ ਗੱਲਾਂ ਬਾਤਾਂ ਸੁਣ ਕੇ ਉਹਦੇ ਰਸ ਵਿੱਚ ਫਸ ਕੇ ਤੂੰ ਆਪਣਾ ਜੀਵਨ ਬਤੀਤ ਕਰ ਦਿੱਤਾ ਹੈ। ਐ ਮਨੁੱਖਾ, ਤੂੰ ਆਪਣੀ ਜ਼ਿੰਦਗੀ ਇਉਂ ਬਤੀਤ ਕਰ ਦਿੱਤੀ ਹੈ। ਸੁਖ ਦੁਖ ਪਾਏ ਨਿਤ ਪਾਪ ਕਮਾਇਣ। ਕਹਿੰਦੇ ਸੁੱਖਾਂ ਤੋਂ ਦੁੱਖ ਹੋ ਗਏ। ਫਿਰ ਚੰਗਾ ਭਲਾ ਸੁਖੀ ਜੀਵਨ ਸੀ ਮਨੁੱਖ ਦਾ, ਪਰ ਉਸ ਸੁਖੀ ਜੀਵਨ ਤੋਂ ਦੁੱਖ ਆ ਗਏ, ਕਿਉਂਕਿ ਨਿਤ ਪਾਪ ਕਮਾਇਣ। ਹੁਣ ਰੋਜ਼ ਹੀ ਪਾਪ ਕਮਾਉਂਦਾ, ਰੋਜ਼ ਹੀ ਪਾਪ ਕਰਮਾਂ ਦੇ ਵਿੱਚ ਪ੍ਰਵਿਰਤ ਹੁੰਦਾ, ਭੈੜੇ ਕਰਮਾਂ ਦੇ ਵਿੱਚ ਪ੍ਰਵਿਰਤ ਹੁੰਦਾ। ਪਾਪਾ ਕਮਾਣੇ ਛੱਡੈ ਨਾਹੀ, ਲੈ ਚੱਲੇ ਘਤ ਗਲਾਵਿਆ। ਜਿਹੜੇ ਪਾਪ ਕਮਾਏ ਨੇ, ਉਹਨਾਂ ਕਮਾਏ ਹੋਏ ਪਾਪਾਂ ਦੇ ਕਰਕੇ ਜਮਾ ਛੱਡਣਾ ਨਹੀਂ ਜੇ ਤੈਨੂੰ। ਮਹਾਰਾਜ ਜੀ ਕਹਿੰਦੇ ਜਮਾ ਛੱਡਣਾ ਨਹੀਂ, ਛੱਡਿਆ ਨਹੀਂ, ਲੈ ਚੱਲੇ ਘੱਤ ਗਲਾਵਿਆ। ਉਹਨਾਂ ਗਲਾਵਾ ਪਾ ਕੇ ਲੈ ਜਾਣਾ ਗਲ 'ਚ। ਆਪਾਂ ਆਮ ਕਹਿ ਦਿੰਦੇ ਨਾ ਪੰਜਾਬੀ 'ਚ ਵੀ ਫਲਾਣੇ ਨੇ ਗਲਾਵਾ ਪਾ ਲੈਣਾ, ਵੀ ਛੱਡਣਾ ਨਹੀਂ ਜੇ। ਕਹਿੰਦੇ ਪਾਪ ਕਰਮ ਕੀਤੇ ਆ ਇਹਨੇ, ਜੰਮਾ ਨੇ ਗਲਾਵਾ ਪਾ ਕੇ ਸੰਸਾਰ ਤੋਂ ਲੈ ਕੇ ਜਾਣਾ। ਗਲ ਸੰਗਲ ਘੱਤ ਚਲਾਇਆ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਅੱਗਾ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਕਹਿੰਦੇ ਗਲਾਵਾ ਪਾ ਕੇ ਲੈ ਜਾਣਾ, ਉਹਨਾਂ ਨੇ ਛੱਡਣਾ ਨਹੀਂ। ਜਿਹੜੇ ਤੂੰ ਮਾੜੇ ਭੈੜੇ ਪਾਪ ਕਰਮ ਕੀਤੇ ਨੇ, ਉਹਨਾਂ ਦਾ ਫਲ ਭੁਗਤਾਏ ਬਿਨਾ। ਹਰ ਚੰਦੌਰੀ ਦੇਖ ਮੂਠਾ,
ਕੋੜ ਸੇਜਾ ਰਾਵਿਆ। ਹਰ ਚੰਦੌਰੀ ਕਹਿੰਦੇ ਆ ਭੁਲੇਖੇ ਦੀ ਜਿਹੜੀ ਆਕਾਸ਼ ਦੇ ਵਿੱਚ ਪੀਂਗ ਜੀ ਨਹੀਂ ਦਿਸਦੀ, ਜਿਹਨੂੰ ਆਪਾਂ ਸਤਰੰਗੀ ਪੀਂਗ ਕਹਿੰਦੇ ਆ, ਇਹ ਹੁੰਦੀ ਨਹੀਂ ਹੈ, ਨਜ਼ਰ ਆਉਂਦੀ ਹੈ ਜਦੋਂ ਮੀਂਹ ਜਿਹਾ ਪੈ ਕੇ ਹਟਦਾ, ਆਕਾਸ਼ ਜਾਂ ਥੋੜਾ ਜਿਹਾ ਸਾਫ਼ ਹੁੰਦਾ, ਇਹ ਭੁਲੇਖਾ ਜਿਹਾ ਹੀ ਹੁੰਦਾ। ਸਤਰੰਗੀ ਪੀਂਗ ਹੁੰਦੀ ਨੂੰ ਹਰ ਚੰਦੌਰੀ ਕਹਿੰਦੇ ਆ। ਕਹਿੰਦੇ ਏਦਾਂ ਇਹ ਸੰਸਾਰ ਦੀ ਜਿਹੜੀ ਮਾਇਆ ਨਾ, ਇਹ ਹੈ ਨਹੀਂ ਪਰ ਨਜ਼ਰ ਆਉਂਦੀ ਹੈ, ਇਹ ਹਰ ਚੰਦੌਰੀ ਹੈ। ਇਹ ਹਰ ਚੰਦੌਰੀ ਨੂੰ ਵੇਖ ਕੇ ਤੂੰ ਮੂਠਾ ਠੱਗਿਆ ਫਿਰਦਾ। ਮੂਠਾ ਕਹਿੰਦੇ ਨੇ ਠੱਗੇ ਹੋਏ ਨੂੰ, ਤੂੰ ਮੂਠਾ ਠੱਗਿਆ ਹੋਇਆ, ਕੂੜ ਸੇਜਾ ਰਾਵਿਆ। ਇਸ ਝੂਠੀ ਹਰ ਚੰਦੌਰੀ ਨੂੰ ਵੇਖ ਕੇ ਠੱਗੇ ਹੋਏ ਬੰਦੇ, ਤੂੰ ਝੂਠੀ ਜਿਹੜੀ ਸੇਜ ਵਿਛਾਈ ਹੋਈ ਹੈ ਨਾ ਆਪਣੇ ਅੰਦਰ, ਉਸ ਝੂਠੀ ਸੇਜ ਨੂੰ ਰਾਵ ਰਿਹਾ, ਭੋਗ ਰਿਹਾ, ਜਿਹਦੇ 'ਚ ਕੁਝ ਹੈ ਹੀ ਨਹੀਂ। ਉਸ ਝੂਠ ਦੇ ਵਿੱਚ ਤੂੰ ਲੱਗਾ ਹੋਇਆ। ਲੱਭ ਲੋਭ ਅਹੰਕਾਰ ਮਾਤਾ, ਗਰਭ ਪਿਆ ਸਮਾਇਣਾ। ਲਾਲਚ ਲੋਭ ਤੇ ਹੰਕਾਰ ਦੇ ਵਿੱਚ ਮੱਤਿਆ ਹੋਇਆ ਤੇ ਹੰਕਾਰ ਦੇ ਵਿੱਚ ਹੀ ਸਮਾ ਗਿਆ। ਹੰਕਾਰ ਦੇ ਵਿੱਚ ਹੀ ਸਮਾ ਰਿਹਾ, ਹੈਂਕੜ ਦੇ ਵਿੱਚ ਹੀ ਤੇਰੀ ਜ਼ਿੰਦਗੀ ਲੰਘ ਰਹੀ ਹੈ। ਨਾਨਕ ਮਿਰਗ ਅਗਿਆਨ ਬਿਨਸੇ, ਨਹਿ ਮਿਟੈ ਆਵਣ ਜਾਇਣਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਐ ਕਿ ਹਿਰਨ ਬਣ ਕੇ, ਇਹ ਹਿਰਨ ਵਾਂਗੂ ਜਿਵੇਂ ਹਿਰਨ ਨਹੀਂ ਫਸ ਜਾਂਦਾ, ਏਦਾਂ ਅਗਿਆਨ ਦੇ ਵਸ ਹੋ ਕੇ ਹਿਰਨ ਵਾਂਗੂ ਇਹ ਜੀਵ ਫਸ ਕੇ ਬਿਨਸ ਰਿਹਾ ਹੈ। ਇਹਦਾ ਆਵਾਗੌਣ ਨਹੀਂ ਜੇ ਮਿਟਦਾ। ਉਸ ਅਗਿਆਨ ਦੇ ਵਿੱਚ ਫਸਿਆ ਹੋਇਆ ਹਿਰਨ ਵਾਂਗੂ ਇਹ ਮਨੁੱਖ ਬਾਰ-ਬਾਰ ਜੰਮਦਾ ਤੇ ਮਰਦਾ ਰਹਿੰਦਾ ਹੈ। ਮਿੱਠਾ ਮੱਖ ਮੋਆ, ਕਿਉ ਲਏ ਉਡਾਰੀ। ਕਹਿੰਦੇ ਮਿੱਠਾ ਵੇਖ ਕੇ ਜਿਹੜਾ ਮੱਖ ਹੁੰਦਾ, ਮੱਖੀ, ਉਹ ਗੁੜ ਵੇਖ ਕੇ ਨਾ ਗਿੱਲਾ ਜਿਹਾ ਭੱਜ ਕੇ ਆਉਂਦੀ ਉਹਦੇ ਤੇ ਖਾਣ ਉਹਨੂੰ। ਜਦੋਂ ਆਉਂਦੀ ਆ ਗੁੜ ਦੇ ਉੱਤੇ ਤੇ ਗੁੜ ਦੇ ਵਿੱਚ ਉਹਦੇ ਪੈਰ ਫਸ ਜਾਂਦੇ ਆ, ਖੰਭ ਚਿੰਬੜ ਜਾਂਦੇ ਆ ਗਿੱਲੇ ਗੁੜ 'ਚ। ਆਉਂਦੀ ਤਾਂ ਗੁੜ ਖਾਣਾ, ਪਰ ਗੁੜ ਖਾ ਜਾਂਦਾ ਉਹਨੂੰ। ਫਿਰ ਉਹ ਉਡਾਰੀ ਨਹੀਂ ਲੈ ਸਕਦੀ, ਤੜਫ ਤੜਫ ਕੇ ਉਸੇ ਗੁੜ ਦੇ ਵਿੱਚ ਚਿੰਬੜ ਕੇ ਮਰ ਜਾਂਦੀ ਹੈ। ਕਿਵੇਂ ਉਡਾਰੀ ਲਵੇ ਜਦੋਂ ਮੱਖ ਨੇ ਮਿੱਠੇ ਨੇ ਮੱਖ ਨੂੰ ਖਾ ਲਿਆ। ਮਹਾਰਾਜ ਜੀ ਕਹਿੰਦੇ ਗੁੜਸਾ ਮੱਖੀ ਖਾਇਆ। ਕਹਿੰਦੇ ਗੁੜ ਨੇ ਹੀ ਮੱਖੀ ਨੂੰ ਖਾ ਲਿਆ। ਇਉਂ ਇਸੇ ਤਰ੍ਹਾਂ ਸੰਸਾਰ ਦੇ ਪਦਾਰਥਾਂ ਨੂੰ ਮਿੱਠਾ ਸਮਝ ਕੇ ਮੱਖੀ ਵਾਂਗੂ ਇਹ ਬੰਦਾ ਭੱਜ ਕੇ ਜਾਂਦਾ ਖਾਣ ਪੱਖਣ, ਪਰ ਜਦੋਂ ਜਾਂਦਾ ਉਹਨਾਂ ਵਿੱਚ ਇਹੋ ਜਿਹਾ ਫਸ ਜਾਂਦਾ, ਇਹੋ ਜਿਹਾ ਗਲਤ ਹੋ ਜਾਂਦਾ ਕਿ ਉਹਦੇ ਚੋਂ ਫਿਰ ਇਹ ਨਿਕਲ ਨਹੀਂ ਸਕਦਾ। ਕਿਉਂ ਲਏ ਉਡਾਰੀ? ਫਿਰ ਕਿਵੇਂ ਉਡਾਰੀ ਲਵੇ? ਉਹਨਾਂ ਪਦਾਰਥਾਂ ਦੇ ਮੋਹ ਤੇ ਮਮਤਾ ਵਿੱਚ ਫਸਿਆ ਹੋਇਆ, ਫਿਰ ਹੁਣ ਕਿਵੇਂ ਨਿਕਲੇ? ਕਿਵੇਂ ਅਗੰਮੀ ਮੰਡਲ ਦੀਆਂ ਤਾਰੀਆਂ ਦੇ ਵਿੱਚ ਤਾਰੀਆਂ ਲਾਵੇ? ਹਸਤੀ ਗਰਤ ਪਿਆ, ਕਿਉ ਤਰੀਐ ਤਾਰੀ। ਫਿਰ ਦੂਜੀ ਉਦਾਹਰਣ ਦਿੰਦੇ ਆ, ਹਾਥੀ ਜਿਵੇਂ ਟੋਏ 'ਚ ਡਿੱਗ ਪੈਂਦਾ, ਜਦੋਂ ਫੜਦੇ ਆ ਨਾ ਸ਼ਿਕਾਰੀ ਹਾਥੀ ਨੂੰ, ਉਹ ਇੱਕ ਟੋਆ ਪੁੱਟ ਲੈਂਦੇ ਜੰਗਲ 'ਚ। ਟੋਆ ਪੁੱਟ ਕੇ ਉਹਦੇ ਵਿੱਚ ਉਹਦੇ ਉੱਪਰਲੇ ਪਾਸੇ ਨਿੱਕੀਆਂ ਨਿੱਕੀਆਂ ਸੋਟੀਆਂ ਘਾਹ ਵਗੈਰਾ ਰੱਖ ਦਿੰਦੇ ਵੀ ਪਤਾ ਨਾ ਲੱਗੇ ਟੋਆ। ਉਹਦੇ ਉਰਲੇ ਪਾਸੇ ਕਾਗਜ਼ਾਂ ਦੀ ਇੱਕ ਹਸਤਨੀ ਬਣਾ ਕੇ ਰੱਖ ਲੈਂਦੇ। ਹਾਥੀ ਵੇਖ ਕੇ ਝੂਲਦਾ ਹੋਇਆ ਆਉਂਦਾ ਮਸਤੀ ਦੇ ਨਾਲ, ਤੇ ਉਸ ਵਕਤ ਉਸ ਟੋਏ ਦੇ ਵਿੱਚ ਆ ਕੇ ਡਿੱਗ ਪੈਂਦਾ। ਜਦੋਂ ਟੋਏ 'ਚ ਡਿੱਗ ਪੈਂਦਾ, ਬਥੇਰਾ ਯਤਨ ਕਰਦਾ ਨਿਕਲਣ ਦਾ, ਫਿਰ ਉਹ ਨਿਕਲ ਨਹੀਂ ਸਕਦਾ। ਉਹ ਮਹਾਵਤ ਫਿਰ ਉਹਨੂੰ ਕਈ ਦਿਨ ਭੁੱਖਾ ਰੱਖਦੇ ਐ। ਕਈ ਦਿਨ ਭੁੱਖਾ ਰੱਖਣ ਤੋਂ ਬਾਅਦ ਜਦੋਂ ਕਮਜ਼ੋਰ ਜਿਹਾ ਹੋ ਜਾਂਦਾ ਹੈ, ਫਿਰ ਉਹਨੂੰ ਆਪਣੀ ਸਿੱਖਿਆ ਸਿਖਾਉਂਦੇ ਆ, ਵਿੱਚੇ ਹੀ ਟ੍ਰੇਨਿੰਗ ਦਿੰਦੇ ਆ ਉਸੇ ਟੋਏ 'ਚੋਂ। ਜਦੋਂ ਆਪਣੀ ਟ੍ਰੇਨਿੰਗ ਦੇ ਕੇ ਫਿਰ ਬਾਹਰ ਕੱਢਦੇ ਆ, ਫਿਰ ਉਹਦੇ ਸਿਰ ਤੇ ਸਾਰੀ ਜ਼ਿੰਦਗੀ ਭਾਲਾ ਰੱਖ ਕੇ ਦੁਆਰ ਦੁਆਰ ਤੇ ਮੰਗਾਉਂਦੇ ਆ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਵੇਂ ਹਾਥੀ ਟੋਏ 'ਚ ਡਿੱਗ ਪਏ, ਜਿਵੇਂ ਬਾਹਰ ਨਹੀਂ ਨਿਕਲ ਸਕਦਾ, ਆਪਣਾ ਆਪ ਕੱਢਣਾ ਚਾਹੇ, ਇਸੇ ਤਰ੍ਹਾਂ ਜਿਹੜੇ ਮੋਹ ਦੇ ਟੋਏ 'ਚ ਡਿੱਗ ਪਏ, ਮੋਹ ਇਹ ਟੋਆ ਹੈ, ਇਸ ਮੋਹ ਦੇ ਟੋਏ ਦੇ ਵਿੱਚ ਜਿਹੜੇ ਡਿੱਗ ਪਏ, ਉਹ ਫਿਰ ਕਿਵੇਂ ਤਰਨ? ਉਹ ਲੱਖ ਯਤਨ ਕਰਨ, ਆਪਣੇ ਆਪ ਨੂੰ ਤਾਰਨ ਦਾ ਤਾਰ ਨਹੀਂ ਸਕਦੇ। ਹਾਂ,
ਮੋਹ ਦੇ ਟੋਏ 'ਚ ਡਿੱਗੇ ਹੋਏ ਨੂੰ ਸਤਿਗੁਰੂ ਜੀ ਬਾਂਹ ਫੜ ਕੇ ਖਿੱਚ ਕੇ ਬਾਹਰ ਕੱਢ ਲੈਣ ਤਾਂ ਗੱਲ ਵੱਖਰੀ ਹੈ, ਨਹੀਂ ਤਾਂ ਆਪਣੇ ਆਪ ਉਸ ਟੋਏ 'ਚੋਂ ਨਿਕਲਣਾ ਔਖਾ ਹੈ। ਆਪਣੇ ਆਪ ਨਹੀਂ ਨਿਕਲਿਆ ਜਾ ਸਕਦਾ। ਗੁਰੂ ਜਿਨ੍ਹਾਂ ਦੀ ਬਾਂਹ ਫੜ ਕੇ ਇਸ ਮੋਹ ਦੇ ਟੋਏ 'ਚੋਂ ਖਿੱਚ ਕੇ ਕੱਢ ਲਵੇ, ਕਾਢੀ ਨਰਕ ਤੇ ਧੂ, ਤਾਂ ਗੱਲ ਬਣ ਸਕਦੀ ਹੈ। ਕਹਿੰਦੇ ਨਹੀਂ ਤਾਂ ਉਸੇ ਮੋਹ ਦੇ ਟੋਏ ਵਿੱਚ ਡਿੱਗਿਆ ਹੋਇਆ ਇਹ ਮਨੁੱਖ ਨਹੀਂ ਤਰ ਸਕਦਾ। ਤਾਰਣ ਦੋਹਿਲਾ ਭਇਆ ਖਿਨ ਮਹਿ, ਖਸਮ ਚਿਤ ਨਾ ਆਇਓ। ਕਹਿੰਦੇ ਇਹਦਾ ਤਰਨਾ ਦੁਹੇਲਾ ਹੋ ਗਿਆ ਸੰਸਾਰ 'ਚ ਇੱਕ ਖਿਨ ਵਿੱਚ, ਇਹ ਤਰ ਨਹੀਂ ਸਕਦਾ, ਇਹਦਾ ਤਰਨਾ ਔਖਾ ਹੈ। ਕਿਉਂ ਨਹੀਂ ਤਰ ਸਕਦਾ? ਕਿਉਂਕਿ ਇੱਕ ਵਾਹਿਗੁਰੂ ਪਰਮੇਸ਼ਰ ਇਹਨੂੰ ਚੇਤੇ ਨਹੀਂ ਆਇਆ। ਖਿਨ ਮਾਤਰ ਵੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਇਹਨੂੰ ਯਾਦ ਨਹੀਂ ਆਇਆ, ਜਿਸ ਕਰਕੇ ਇਹਦਾ ਇਹ ਸੰਸਾਰ ਤੋਂ ਤਰਨਾ ਔਖਾ ਹੈ। ਦੁਖਾ ਸਜਾਈ ਗਣਤ ਨਾਹੀ, ਕੀਆ ਆਪਣਾ ਪਾਇਓ। ਕਹਿੰਦੇ ਇਹਨੂੰ ਆਪਣੇ ਕੀਤੇ ਕਰਮਾਂ ਦਾ ਫਲ ਪ੍ਰਾਪਤ ਹੋਇਆ। ਇੰਨੇ ਦੁੱਖ, ਇੰਨੀ ਸਜ਼ਾ ਮਿਲੀ ਕਿ ਉਹਨਾਂ ਦੁੱਖਾਂ ਤੇ ਸਜ਼ਾਵਾਂ ਦੀ ਗਿਣਤੀ ਨਹੀਂ ਹੈ। ਇੰਨੇ ਦੁੱਖ, ਇੰਨੀ ਸਜ਼ਾ ਮਿਲੀ ਇਸ ਮਨੁੱਖ ਨੂੰ, ਜੀਵ ਨੂੰ। ਕਹਿੰਦੇ ਉਹਨਾਂ ਦੁੱਖਾਂ ਤੇ ਸਜ਼ਾਵਾਂ ਨੂੰ ਗਿਣਿਆ ਨਹੀਂ ਜਾਂਦਾ, ਗਣਤ ਨਾਹੀਂ, ਉਹ ਗਿਣਤੀ 'ਚ ਨਹੀਂ ਆਉਂਦੇ। ਕੀਆ ਆਪਣਾ ਪਾਇਓ, ਕਹਿੰਦੇ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ, ਇਹਦੇ ਆਪਣੇ ਕੀਤੇ ਕਰਮ ਸੀ, ਉਹੀ ਇਹਨੂੰ ਪ੍ਰਾਪਤ ਹੋਏ ਹੈ। ਆਪਣੇ ਕੀਤੇ ਫਲ ਕਰਮ ਹੀ ਇਹਨੇ ਭੋਗੇ ਹਨ। ਜੋ ਕੀਤਾ ਸੀ ਉਹੀ ਇਹਦੇ ਅੱਗੇ ਆਇਆ ਹੈ। ਇਸ ਕਰਕੇ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ। ਦੁੱਖ ਇੰਨੇ ਮਿਲੇ, ਸਜ਼ਾ ਇੰਨੀ ਮਿਲੀ। ਮਨੁੱਖ ਕਹਿੰਦਾ ਵੀ ਜੀ ਮੈਂ ਤਾਂ ਮਨੁੱਖ ਹਾਂ, ਪਰ ਮਨੁੱਖ ਬਣਨ ਤੋਂ ਪਹਿਲਾਂ ਵੀ ਕਿਤਨੇ ਦੁੱਖ। ਮਹਾਂਪੁਰਸ਼ ਦੱਸਦੇ ਆ ਵੀ ਪਹਿਲਾਂ ਜੀਵ ਮਰਦਾ ਹੈ, ਮਰਨ ਤੋਂ ਬਾਅਦ ਅਨੇਕ ਕਰਮਾਂ ਦੇ ਫਲ ਭੋਗਣ ਤੋਂ ਬਾਅਦ ਕਹਿੰਦੇ ਨਿੱਕਾ ਜਿਹਾ ਜੀਵ ਬਣਾ ਕੇ ਚੰਦਰਮਾ ਦੀਆਂ ਰਿਸਮਾਂ ਦੁਆਰਾ ਇਹਨੂੰ ਧਰਤੀ ਤੇ ਭੇਜਿਆ ਜਾਂਦਾ। ਸਭ ਤੋਂ ਪਹਿਲਾਂ ਜੀਵ ਚੰਦਰਮਾ ਦੀਆਂ ਕਿਰਨਾਂ ਦੁਆਰਾ ਆਉਂਦਾ। ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਧਰਤੀ ਤੇ ਆਉਂਦੀਆਂ, ਉਹ ਧਰਤੀ ਤੇ ਆਉਣ ਵਾਲੀਆਂ ਕਿਰਨਾਂ ਅੰਨ ਤੇ ਪੈਂਦੀਆਂ ਹਨ ਤੇ ਅੰਨ ਦੇ ਵਿੱਚ ਇਹਦਾ ਪ੍ਰਵੇਸ਼ ਹੁੰਦਾ ਹੈ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਜੀਵ ਬਣ ਕੇ ਅੰਨ ਦੇ ਵਿੱਚ ਆਉਂਦਾ ਹੈ। ਉਹ ਅੰਨ ਖੇਤਾਂ ਦੇ ਵਿੱਚ ਪੱਕਦਾ ਹੈ, ਗਾਣ ਵਿੱਚ ਪੈਰਾਂ ਥੱਲੇ ਲਤਾੜਿਆ ਜਾਂਦਾ ਹੈ। ਉਸ ਵਕਤ ਫਿਰ ਉਹਦੀ ਫਸਲ ਪੱਕ ਕੇ ਤਿਆਰ ਹੋਣ ਤੋਂ ਬਾਅਦ ਜਦੋਂ ਘਰ ਆਉਂਦੀ ਹੈ, ਫਿਰ ਚੱਕੀ ਦੇ ਪੁੜਾਂ ਥੱਲੇ ਇਸ ਜੀਵ ਨੂੰ ਪੀਸਿਆ ਜਾਂਦਾ ਹੈ। ਚੱਕੀ ਦੇ ਪੁੜਾਂ ਥੱਲੇ ਪੀ ਪੀ ਕੇ ਫਿਰ ਇਹਨੂੰ ਪਾਣੀ ਪਾ ਕੇ ਮੁੱਕੀਆਂ ਮਾਰ ਮਾਰ ਗੁੰਨਿਆ ਜਾਂਦਾ ਹੈ। ਗੁੰਨਣ ਤੋਂ ਬਾਅਦ ਆਟਾ ਤਿਆਰ ਹੋਇਆ, ਪੇੜੇ ਵੱਟ ਕੇ ਫਿਰ ਅੱਗ ਦੇ ਉੱਤੇ ਸਾੜ ਕੇ ਰੋਟੀਆਂ ਪਕਾਈਆਂ ਜਾਂਦੀਆਂ। ਇੱਥੇ ਇਸ ਜੀਵ ਦੇ ਦੁੱਖ ਦੀ ਦਸ਼ਾ ਖਤਮ ਨਹੀਂ ਹੋਈ। ਫਿਰ ਦੰਦਾਂ ਥੱਲੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਚਿੱਥਿਆ ਜਾਂਦਾ ਹੈ। ਦੰਦਾਂ ਥੱਲੇ ਚਿੱਥਿਆ ਹੋਇਆ ਫਿਰ ਇਹ ਮਨੁੱਖ ਦੇ ਪੇਟ ਵਿੱਚ ਉਦਰ 'ਚ ਜਾਂਦਾ। ਉੱਥੇ ਪੇਟ ਦੀ ਅੱਗ ਦੇ ਵਿੱਚ ਫੇਰ ਸੜਦਾ, ਫਿਰ ਉਹਦਾ ਰਸ ਬਣਦਾ ਹੈ, ਫਿਰ ਉਹਦਾ ਖੂਨ ਬਣਦਾ ਹੈ, ਮਿੱਝ ਬਣਦਾ, ਸਰੀਰ ਦੀਆਂ 7 ਧਾਤਾਂ ਬਣਦੀਆਂ ਹਨ। ਉੱਥੋਂ ਫਿਰ ਮਾਤਾ ਦੇ ਉਦਰ ਦੇ ਵਿੱਚ ਇਹਦਾ ਨਿਵੇਸ਼ ਹੁੰਦਾ। ਉੱਥੇ ਫੇਰ 9 ਮਹੀਨਿਆਂ ਤੱਕ ਪੁੱਠਾ ਲਟਕ ਕੇ ਦੁੱਖ ਭੋਗਦਾ ਹੈ। ਭਿਆਨਕ ਦੁੱਖ ਦੀ ਪੀੜਾ ਚੋਂ ਗੁਜ਼ਰਦਾ। ਫਿਰ ਜਨਮ ਸਮੇਂ ਦੀ ਭਿਆਨਕ ਪੀੜਾ ਜਿਹੜੀ ਬਰਦਾਸ਼ਤ ਨਹੀਂ ਹੁੰਦੀ, ਨਾਲੇ ਮਾਂ ਨੂੰ ਦੁੱਖ ਦਿੰਦਾ ਤੇ ਨਾਲੇ ਆਪ ਦੁਖੀ ਹੁੰਦਾ ਹੈ। ਜਨਮ ਲੈ ਕੇ ਆਉਂਦਾ ਹੈ ਤੇ ਫਿਰ ਜਨਮ ਲੈ ਕੇ ਵੀ ਅਸਹਾਏ ਜਿਹਾ, ਭੁੱਖ ਲੱਗੀ ਆ, ਰੋਂਦਾ ਕੁਰਲਾਉਂਦਾ, ਬੋਲ ਕੇ ਨਹੀਂ ਦੱਸ ਸਕਦਾ। ਪੇਟ 'ਚ ਪੀੜਾ ਹੋਵੇ ਤਾਂ ਨਹੀਂ ਬੋਲ ਕੇ ਦੱਸ ਸਕਦਾ। ਸਰੀਰ ਦੀ ਕਿਰਿਆ ਉੱਤੇ ਮੰਜੇ ਤੇ ਕਰੀ ਜਾਂਦਾ ਹੈ, ਪਿਸ਼ਾਬ ਮਲ ਆਦਿਕ ਉਹਦੇ ਵਿੱਚ ਹੀ ਪਿਆ, ਜ਼ਮੀਨ ਦੇ ਉੱਤੇ ਰੋਂਦਾ ਰਹਿੰਦਾ ਪਿਆ ਹੋਇਆ ਮੰਜੇ ਦੇ ਉੱਤੇ। ਔਰ ਫਿਰ ਥੋੜਾ ਜਿਹਾ ਵੱਡਾ ਹੁੰਦਾ ਹੈ, ਮਾਂ ਬਾਪ ਦੀਆਂ ਝਿੜਕਾਂ ਸਹਾਰਦਾ ਹੈ। ਕੋਈ ਮਾੜੀ ਜੀ ਭੈੜੀ ਕਰਤੂਤ ਕਰਨ ਲੱਗੇ, ਸ਼ਰਾਰਤ ਕਰਨ ਲੱਗੇ, ਕਦੇ ਕੋਈ ਆ ਕੇ ਘੂਰ ਜਾਂਦਾ, ਕਦੇ ਕੋਈ ਘੂਰ ਜਾਂਦਾ ਹੈ। ਇੱਦਾਂ ਜਨਮ ਸਮੇਂ ਤੋਂ ਬਾਅਦ ਫਿਰ ਜਿਵੇਂ ਜਿਵੇਂ ਵੱਡਾ ਹੁੰਦਾ ਚਲਿਆ ਜਾਂਦਾ ਹੈ, ਅਨੇਕ ਪ੍ਰਕਾਰ ਦੇ ਦੁੱਖ ਜਿਹੜੇ ਨੇ ਮਹਾਰਾਜ ਜੀ ਕਹਿੰਦੇ ਕਿੰਨਿਆਂ ਕੁ ਦੀ ਗਿਣਤੀ ਕਰਾਂਗੇ। ਦੁੱਖਾ ਸਜਾਈ ਗਣਤ ਨਾਹੀਂ,
ਇਦਾਂ ਫਿਰ ਸਾਰੀ ਜ਼ਿੰਦਗੀ ਬੀਤ ਜਾਂਦੀ ਆ। ਇਹੀ ਜਨਮ ਮਰਨ ਦਾ ਚੱਕਰ ਮੁੜ ਮੁੜ ਕੇ ਫਿਰ ਚੱਲਦਾ ਰਹਿੰਦਾ ਹੈ। ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ। ਮਹਾਰਾਜ ਜੀ ਕਹਿੰਦੇ ਜੋ ਆਪਣੇ ਕਰਮ ਕੀਤੇ ਸਨ ਉਹਨਾਂ ਆਪਣੇ ਕੀਤੇ ਕਰਮਾਂ ਦਾ ਫਲ ਇਸ ਜੀਵ ਨੂੰ ਭੋਗਣਾ ਪੈ ਰਿਹਾ ਹੈ। ਜੇ ਬੰਦਗੀ ਕਰ ਲੈਂਦਾ, ਜੇ ਪਰਮੇਸ਼ਰ ਦਾ ਭਜਨ ਕਰ ਲੈਂਦਾ, ਜੇ ਅਕਾਲ ਪੁਰਖ ਦਾ ਸਿਮਰਨ ਕਰ ਲੈਂਦਾ ਤਾਂ ਇਸ ਜਨਮ ਮਰਨ ਦੇ ਭਿਆਨਕ ਦੁੱਖ ਤੋਂ ਮੁਕਤ ਹੋ ਜਾਂਦਾ। ਪਾਤਸ਼ਾਹ ਕਹਿੰਦੇ ਭਾਈ ਇਹ ਦੁੱਖਾਂ ਤੇ ਸਜ਼ਾਵਾਂ ਨੂੰ ਗਿਣਿਆ ਨਹੀਂ ਜਾਂਦਾ, ਇਹ ਆਪਣਾ ਕੀਤਾ ਫਲ ਭੋਗਦਾ ਹੈ। ਗੁਰਜਾ ਕਮਾਣਾ ਪ੍ਰਗਟ ਹੋਆ ਏਤ ਉਤ ਹੈ ਖੁਆਰੀ। ਜਿਹੜੇ ਪਾਪ ਇਹਨੇ ਲੁਕ ਲੁਕ ਕੀਤੇ ਸੀ ਨਾ, ਗੁੱਜਾ ਦਾ ਮਤਲਬ ਹੁੰਦਾ ਲੁਕ ਕੇ ਕਮਾਏ ਹੋਏ। ਕਦੇ ਵੀ ਕੋਈ ਬੰਦਾ ਪਾਪ ਕਰਦਾ ਪ੍ਰਗਟ ਕਰਕੇ ਥੋੜੀ ਕਰਦਾ। ਕਹਿੰਦੇ ਜਿਹੜੇ ਲੁਕ ਲੁਕ ਕੇ ਕੀਤੇ ਸੀ ਨਾ ਪਾਪ, ਉਹ ਪ੍ਰਗਟ ਹੋ ਗਏ ਸੰਸਾਰ 'ਚ ਜਦੋਂ ਦੁੱਖ ਰੂਪ 'ਚ ਫਲ ਪ੍ਰਾਪਤ ਹੋਇਆ। ਉਹ ਪ੍ਰਗਟ ਹੋ ਗਏ। ਏਤ ਉਤ ਹੈ ਖੁਆਰੀ। ਦੋਹਾਂ ਜਹਾਨਾਂ ਵਿੱਚ ਆਪਣੇ ਉਹਨਾਂ ਕੀਤੇ ਪਾਪ ਕਰਮਾਂ ਕਰਕੇ ਇਸ ਮਨੁੱਖ ਨੂੰ, ਜੀਵ ਨੂੰ ਖੁਆਰੀ ਦਾ ਸਾਹਮਣਾ ਕਰਨਾ ਪਿਆ। ਲੋਕ ਪਰਲੋਕ ਦੋਵੇਂ ਵਿਗੜ ਗਏ। ਨਾਨਕ ਸਤਿਗੁਰ ਬਾਜ ਮੂਠਾ ਮਨ ਮੁਖੋ ਅਹੰਕਾਰੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹੈ ਕਿ ਸਤਿਗੁਰੂ ਤੋਂ ਬਿਨਾਂ ਇਹ ਜੀਵ ਠੱਗਿਆ ਹੋਇਆ। ਗੁਰੂ ਬਿਨਾਂ ਇਹਦੀ ਇਹ ਹਾਲਤ ਹੋਈ ਹੈ। ਇਹ ਹੰਕਾਰ ਦੇ ਵਿੱਚ ਠੱਗਿਆ ਹੋਇਆ। ਇਹ ਮਨਮੁਖ ਹੈ ਤੇ ਹੰਕਾਰ ਦੇ ਵਿੱਚ ਗੁਰੂ ਬਿਨਾਂ ਠੱਗਿਆ ਹੋਇਆ। ਜਿਹੜੇ ਗੁਰੂ ਵਾਲੇ ਨੇ ਗੁਰੂ ਖਾਲਸਾ ਜੀ, ਉਹ ਨਾ ਮਰਦੇ ਆ ਤੇ ਨਾ ਹੀ ਠੱਗੇ ਜਾਂਦੇ ਆ। ਜਿਨ੍ਹਾਂ ਦੇ ਹਿਰਦਿਆਂ 'ਚ ਗੁਰੂ ਦਾ ਨਾਮ ਵਸਦਾ ਉਹ ਨਾ ਮਰਦੇ ਨੇ ਤੇ ਨਾ ਹੀ ਠੱਗੇ ਜਾਂਦੇ ਹਨ। ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ। ਹਰੀ ਦੇ ਦਾਸ ਜੀਵਦੇ ਨੇ, ਆਪਣੇ ਪ੍ਰਭੂ ਦੇ ਚਰਨਾਂ ਨਾਲ ਲੱਗ ਕੇ ਜੀਵਦੇ ਹੈ। ਆਪਣੇ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਹਰੀ ਦੇ ਸੇਵਕ ਜੀਵਦੇ ਨੇ, ਨਹੀਂ ਤਾਂ ਉਹ ਮਰ ਜਾਂਦੇ ਹਨ। ਉਹ ਕਹਿੰਦੇ ਹੇ ਵਾਹਿਗੁਰੂ ਤੇਰੇ ਭਜਨ ਤੋਂ ਬਿਨਾਂ ਤਾਂ ਇਹ ਜੀਵਨ ਵਿਅਰਥ ਹੈ। ਇਉਂ ਜਾਪਦਾ ਹੈ ਜਿਵੇਂ ਪਲ ਪਲ ਕਰਕੇ ਨਿਮਖ ਨਿਮਖ ਕਰਕੇ ਮਰ ਰਹੇ ਹਾਂ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਸੇਵਕ ਹਰੀ ਦੇ ਚਰਨਾਂ ਨਾਲ ਲੱਗ ਕੇ ਜੀਵਦੇ ਹਨ। ਕੰਠ ਲਗਾਏ ਲੀਏ ਤਿਸ ਠਾਕੁਰ ਸ਼ਰਣੀ। ਕਹਿੰਦੇ ਜਿਸ ਵਾਹਿਗੁਰੂ ਨੇ ਆਪਣਿਆਂ ਸੇਵਕਾਂ ਨੂੰ ਆਪਣੇ ਕੰਠ ਲਾ ਲਿਆ, ਗਲ ਲਾ ਲਿਆ, ਕਹਿੰਦੇ ਮੈਂ ਆਪਣੇ ਐਸੇ ਹਰੀ ਪ੍ਰਭੂ ਦੀ ਸ਼ਰਨ ਵਿੱਚ ਹਾਂ। ਮੈਂ ਆਪਣੇ ਐਸੇ ਹਰੀ ਨਿਰੰਕਾਰ ਦੀ ਸ਼ਰਨ ਵਿੱਚ ਪਨਾਹ ਵਿੱਚ ਹਾਂ। ਬਾਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ। ਮੇਰੇ ਕੋਲ ਜਿਹੜਾ ਬਾਲ ਹੈ, ਮੇਰੇ ਕੋਲ ਜਿਹੜੀ ਬੁੱਧੀ ਹੈ ਜਾਂ ਜਿਹੜਾ ਗਿਆਨ ਧਿਆਨ ਹੈ, ਇਹ ਸਭ ਕੁਝ ਮੇਰੇ ਮਾਲਕ ਪ੍ਰਭੂ ਦਾ ਦਿੱਤਾ ਹੋਇਆ। ਮੇਰੇ 'ਚ ਮੇਰਾ ਬਲ ਵੀ ਨਹੀਂ, ਮੇਰੇ 'ਚ ਮੇਰੀ ਬੁੱਧੀ ਵੀ ਨਹੀਂ, ਮੇਰੇ 'ਚ ਮੇਰਾ ਗਿਆਨ ਤੇ ਧਿਆਨ ਵੀ ਨਹੀਂ। ਇਹ ਸਭ ਕੁਝ ਮੇਰੇ ਸਤਿਗੁਰਾਂ ਦਾ ਦਿੱਤਾ ਹੋਇਆ ਹੈ। ਮੇਰੇ ਸਤਿਗੁਰਾਂ ਨੇ ਆਪ ਤਰਸ ਕਰਕੇ ਮੇਰੇ ਕੋਲੋਂ ਆਪਣਾ ਨਾਮ ਜਪਾਇਆ ਹੈ। ਆਪਣਾ ਨਾਮ ਜਪਾਇਆ, ਆਪਣਾ ਨਾਮ ਮੇਰੇ ਮਾਲਕ ਜੀ ਨੇ ਆਪ ਕਿਰਪਾ ਕਰਕੇ ਸਾਡੇ ਕੋਲੋਂ ਜਪਾਇਆ ਹੈ। ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ। ਸਾਧ ਸੰਗਤ ਸੁਤੇ ਸਿੱਧ ਹੋਈ। ਜਦੋਂ ਆਪਣੇ ਆਪ ਸਾਧ ਸੰਗਤ ਹੋਣ ਲੱਗ ਪਈ ਤੇ ਸਾਧ ਸੰਗਤ ਦਾ ਪ੍ਰਤਾਪ ਇਹ ਸੀ ਕਿ ਸਾਧ ਸੰਗਤ ਦੇ ਪ੍ਰਤਾਪ ਨਾਲ ਮੈਂ ਆਪਣਾ ਆਪ ਇਸ ਜਗਤ ਤੋਂ ਤਰਾ ਲਿਆ। ਕਹਿੰਦੇ ਸਾਧ ਸੰਗਤ ਵੀ ਸੁਤੇ ਸਿੱਧ ਹੋਣ ਲੱਗੀ ਆਪਣੇ ਆਪ ਹੀ। ਖਾਲਸਾ ਜੀ ਜਦੋਂ ਹਿਰਦੇ 'ਚ ਸਤ ਹੋਵੇ ਫਿਰ ਸਤ ਸੰਗਤ ਸੁਤੇ ਸਿੱਧ ਹੀ ਹੋਣ ਲੱਗ ਪੈਂਦੀ। ਕੋਈ ਆਵੇ ਸੰਗਤ ਬਣ ਜਾਂਦੀ ਹੈ, ਕਿਉਂਕਿ ਕੋਈ ਦੁਨਿਆਵੀ ਬਚਨ ਹੀ ਨਹੀਂ ਚੱਲਣਾ। ਜਦੋਂ ਕੋਈ ਆਵੇ ਉਹਦੇ ਨਾਲ ਰੱਬ ਦੇ ਘਰ ਦੀ ਗੱਲ ਚੱਲਣੀ ਹੈ ਤੇ ਫਿਰ ਸੰਗਤ ਆਪਣੇ ਆਪ ਹੀ ਬਣ ਗਈ, ਸਾਧ ਸੰਗਤ ਆਪਣੇ ਆਪ ਹੀ ਹੋ ਗਈ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਇੱਕ ਸਿੱਖ ਹੁੰਦਾ, ਦੋ ਹੋ ਜਾਣ ਤਾਂ ਸਾਧ ਸੰਗਤ ਆ, ਪੰਜ ਹੋ ਜਾਣ ਇਕੱਠੇ ਤੇ ਪਰਮੇਸ਼ਰ ਰੂਪ।
ਕਹਿੰਦੇ ਸੁੱਤੇ ਸਿੱਧ ਹੀ ਸਾਧ ਸੰਗਤ ਹੋਣ ਲੱਗ ਪਈ। ਸਾਧ ਸੰਗਤ ਆਪ ਹੋ, ਆਪਣੇ ਆਪ ਹੀ ਸੰਗਤ ਹੋਣ ਲੱਗ ਪਈ। ਜਿੱਥੇ ਬਹਿਨੇ ਆ ਕੋਈ ਨਾ ਕੋਈ ਨਾਮ ਰਸੀਆ ਆ ਜਾਂਦਾ, ਉਹਦੇ ਕੋਲ ਬਹਿ ਕੇ ਸੰਗਤ ਬਣ ਜਾਂਦੀ ਹੈ। ਕਦੇ ਸਤਿਗੁਰਾਂ ਦੀ ਸੰਗਤ ਵਿੱਚ ਵੀ ਸੁੱਤੇ ਸਿੱਧ ਆ ਜਾਓ, ਤੇ ਜਿੱਥੇ ਆ ਕੇ ਕਹਿੰਦੇ ਅਸੀਂ ਆਪਣਾ ਆਪ ਇਸ ਜਗਤ ਤੋਂ ਤਰਾ ਲਿਆ। ਸਾਧ ਸੰਗਤ ਵਿੱਚ ਆ ਕੇ ਅਸੀਂ ਆਪਣਾ ਆਪ ਇਸ ਜਗਤ ਤੋਂ, ਇਸ ਸੰਸਾਰ ਸਮੁੰਦਰ ਤੋਂ ਤਰਾ ਲਿਆ। ਰਾਖ ਲੀਏ ਰਖਣ ਹਾਰੈ ਸਦਾ ਨਿਰਮਲ ਕਰਣੀ। ਕਹਿੰਦੇ ਰੱਖਣਹਾਰ ਮਾਲਕ ਨੇ ਕਿਰਪਾ ਕਰਕੇ ਸਾਨੂੰ ਰੱਖ ਲਿਆ। ਸਾਡੀ ਕਰਨੀ ਨਿਰਮਲ ਹੋ ਗਈ ਹੈ। ਸਾਡੀ ਕਰਨੀ ਸਦਾ ਵਾਸਤੇ ਨਿਰਮਲ, ਪਵਿੱਤਰ, ਸ਼ੁੱਧ ਹੋ ਗਈ ਹੈ। ਨਾਨਕ ਨਰਕ ਨ ਜਾਹੇ ਕਬਹੂ ਹਰ ਸੰਤ ਹਰ ਕੀ ਸ਼ਰਣੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਰੱਬ ਦੇ ਪਿਆਰੇ ਕਦੇ ਨਰਕ ਨਹੀਂ ਜਾਂਦੇ। ਹਰ ਸੰਤ ਹਰ ਕੀ ਸ਼ਰਣੀ। ਹਰੀ ਦੇ ਸੰਤ ਹਰੀ ਦੀ ਸ਼ਰਨ ਵਿੱਚ ਨੇ, ਤੇ ਹਰੀ ਦੀ ਸ਼ਰਨ 'ਚ ਪਏ ਹੋਏ ਉਹ ਕਦੇ ਨਰਕਾਂ ਦੀ ਅੱਗ ਵਿੱਚ ਨਹੀਂ ਪੈਂਦੇ। ਉਹਨਾਂ ਨੂੰ ਕਦੇ ਨਰਕਾਂ ਦੇ ਵਿੱਚ ਨਹੀਂ ਜਾਣਾ ਪੈਂਦਾ ਜਿਹੜੇ ਹਰੀ ਦੀ ਸ਼ਰਨ ਵਿੱਚ ਨੇ। ਸਗੋਂ ਹਰੀ ਦੇ ਸੰਤ ਤਾਂ ਨਰਕਾਂ 'ਚ ਪਿਆਂ ਨੂੰ ਵੀ ਬਾਂਹ ਫੜ ਕੇ ਬਾਹਰ ਕੱਢ ਲੈਂਦੇ ਆ। ਰਾਜਾ ਜਨਕ ਜੀ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਿਆ, ਕਹਿੰਦੇ ਜਿਸ ਵਕਤ ਗਏ ਨੇ ਆਪ ਨਿਰੰਕਾਰ ਦੇ ਘਰ ਰਾਜਾ ਜਨਕ ਜੀ, ਤਾਂ 18 ਕੂਣੀਆਂ ਨਰਕਾਂ ਦੀਆਂ ਭਰੀਆਂ ਬਿਰਲਾਪ ਕਰ ਰਹੀਆਂ, ਕੋਲੋਂ ਉਹਨਾਂ ਦੀ ਸਵਾਰੀ ਗੁਜ਼ਰੀ। ਕਹਿੰਦੇ ਕੌਣ ਨੇ? ਕਹਿੰਦੇ ਜੀ ਪਾਪੀ ਨੇ ਜੀਵ, ਇਹਨਾਂ ਨੂੰ ਸਜ਼ਾਵਾਂ ਮਿਲ ਰਹੀਆਂ। ਕਹਿੰਦੇ ਇਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਹੈ। ਉਹ 18 ਦੀਆਂ 18 ਕੂਣੀਆਂ ਨਰਕਾਂ ਦੀਆਂ ਰਾਜੇ ਜਨਕ ਨੇ ਨਾਲ ਆਪਣੇ ਖਾਲੀ ਕਰ ਲਈਆਂ, ਮੁਕਤ ਕਰ ਲਈਆਂ। ਰੱਬ ਦੇ ਪਿਆਰੇ ਮਹਾਂਪੁਰਸ਼ ਸੰਤ ਤਾਂ ਨਰਕਾਂ ਵਿੱਚ ਡਿੱਗਿਆਂ ਨੂੰ ਵੀ ਬਾਹਰ ਕੱਢ ਲੈਂਦੇ, ਆਪ ਤਾਂ ਨਰਕਾਂ 'ਚ ਕਿੱਥੇ ਉਹ ਨੇੜੇ ਜਾਣਗੇ। ਮਹਾਰਾਜ ਜੀ ਕਹਿੰਦੇ ਜਿਹੜੇ ਹਰੀ ਦੀ ਸ਼ਰਨ ਵਿੱਚ ਨੇ, ਨਰਕ ਨਾ ਜਾਹੇ ਕਬ ਹੂੰ, ਕਦੇ ਕਿਸੇ ਨਰਕ ਦੀ ਅੱਗ ਦੇ ਵਿੱਚ ਨਹੀਂ ਪੈਂਦੇ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪਣਾ ਸਰੂਪ ਪ੍ਰਦਾਨ ਕਰ ਦਿੰਦਾ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਹਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, 9 ਤਰੀਕ ਨੂੰ 9 ਜਨਵਰੀ ਨੂੰ ਜਗਤ ਗੁਰੂ ਸਾਹਿਬੇ ਕਮਾਲ ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਸਰਬੰਸ ਦਾਨੀ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ। ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ 7 ਜਨਵਰੀ ਨੂੰ ਪੰਚਮੀ ਦੇ ਜੋੜ ਮੇਲ ਵੀ ਹਨ। ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਸ਼੍ਰੀ ਅਖੰਡ ਪਾਠ ਸਾਹਿਬ ਸਤਿਗੁਰਾਂ ਦੀ ਪਾਵਨ ਤੁਰਕੀ ਬਾਣੀ ਦੇ ਪ੍ਰਾਰੰਭ ਹੋਣਗੇ। 9 ਤਰੀਕ ਨੂੰ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ 11 ਵਜੇ ਤੱਕ ਦੀਵਾਨ ਸਜਣਗੇ। ਔਰ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਨੂੰ ਮੁੱਖ ਰੱਖਦਿਆਂ 9 ਜਨਵਰੀ ਨੂੰ ਹੀ ਰਾਤ ਨੂੰ 7 ਤੋਂ 9:30 ਵਜੇ ਤੱਕ ਗੁਰਮਤਿ ਦੀਵਾਨ ਸਮਾਗਮ ਹੋ ਰਹੇ ਨੇ, ਜਿਨ੍ਹਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਜਿਹੜੀਆਂ ਸੰਗਤਾਂ ਸਵੇਰੇ ਅਖੰਡ ਪਾਠਾਂ ਦੇ ਭੋਗਾਂ ਤੇ ਹਾਜ਼ਰੀਆਂ ਭਰ ਸਕਦੇ ਹੋ, ਸਵੇਰੇ ਵੀ ਭਰੋ। ਔਰ ਖਾਸ ਕਰਕੇ ਪਰਿਵਾਰਾਂ ਸਮੇਤ ਰਾਤ ਨੂੰ 7 ਤੋਂ 9:30 ਵਜੇ ਤੱਕ 9 ਜਨਵਰੀ ਨੂੰ ਦੀਵਾਨ ਹਾਲ ਦੇ ਵਿੱਚ ਹਾਜ਼ਰੀਆਂ ਭਰ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੀਆਂ ਵਡਿਆਈਆਂ ਕਰੀਏ ਤੇ ਸਰਵਣ ਕਰੀਏ, ਔਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਇਹ ਬੇਨਤੀ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ कोई न जाने तुमरा अंत ऊंचे। सगल समग्री तुमरा सूतर तारी, तुम ते हो सो तुमरी गात में तुम ही जानी, नानक दास तुमरी गात में तुम ही, नानक दास सदा कुर्बानी। बोलो जी वाह। एक ओंकार वाहिगुरु जी की फतेह। श्री भगवती जी सहाय। वार श्री भगवती जी की पातशाही 10वीं प्रथम भगवती सिमर का गुरु नानक लई ते आए, फिरंगत गुर ते अमरदास रामदासैं हुई सहाय। अर्जन हर गोबिंद नाम सिमरऊं, श्री हर राय। श्री हर कृष्ण ते आईया, जिस डिठे सब दुख जाए। तीक बहादुर सिमरिया घर, नौ निदावै धाए। सब थाई हुई सहाय। 10वें पातशाह श्री गुरु गोबिंद सिंह साहिब जी सब थाई हुई सहाय। 10 पातशाह जूत श्री गुरु ग्रंथ साहिब जी दे पाठ दीदार दा ध्यान धर के बोलो जी। 5 प्यारियां 4 साहिबजादियां 40 मुक्तियां 8 जपियां तपियां, जिन्ना नाम जपिया वंड छकिया देख चलाई। तीग वाह देख के अंडठ कीता, तिना प्यारियां चारियां दी कमाई दा ध्यान धर के खालसा जी बोलो जी। जिन्ना ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए। खोपरियां लोहाइयां चरखड़ियां ते चढ़े तनारियां नाल छिराए गए। गुरुद्वारियां दी सेवा संभाल लई कुर्बानियां कीतियां। धर्म नहीं हारिया, विश्वासां संग निभा। हितना दी कमाई दा ध्यान धर के खालसा जी बोलो जी। 5 तख्तां सरबत गुरुद्वारियां दा ध्यान धर के बोलो जी वाह। प्रथमे सरबत खालसा जी की अरदास है जी। सरबत खालसे जी को वाहिगुरु वाहिगुरु वाहिगुरु। चेतावे चेतावन का सदका सर्व सुख होवे। जहाँ जहाँ खालसा जी साहिब तहाँ तहर छिया रियायत। देख देख फतेह बिरद की पैज पंथ की जीत। श्री साहिब जी सहाय। खालसे जी के बोल बाले बोलो जी। सिखा नु सिखी दान, केस दान, रहत दान, विवेक दान, वसाह दान, भरोसा दान, दाना सिरदान, नाम दान। श्री अमृतसर साहिब जी के दर्शन इशनान। चौंकियां झंडे बुंगे जुगो जुगिया, टल धर्म का जयकार बोलो जी। सिखां दा मन नीवा, मत उची, मत पत दा राखा। आप वाहिगुरु हे अकाल पुरख अपने पंथ दे सदा सहाई दतार जियो। श्री ननकाना साहिब ते होर गुरुद्वारियां गुरु धामां दे, जिन्हां तो पंथ नूं विछोड़िया गया है, खुले दर्शन ददार। सेवा संभाल दा दान प्यारे खालसा जी नूं बख्शो हे निमाणियां दे मान। निताणियां दे तान निउटियां दी ओर। सच्चे पिता वाहिगुरु जी। धन धन सतगुरु श्री गुरु तेग बहादुर जीओ महाराज आप जीओ के पावन स्थान गुरुद्वारा श्री दुख निवारण साहिब जी विखे
ਅੰਮ੍ਰਿਤ ਵੇਲੇ ਦੇ ਸੁੰਦਰ ਸੱਚਖੰਡ ਸਜੇ ਦੀਵਾਨਾ ਅੰਦਰ ਗੁਰੂ ਗਰੀਬ ਨਵਾਜੀਓ ਪਾਵਨ ਆਸਾ ਕੀ ਵਾਰ ਕੀਰਤਨ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀਓ ਕਿਆ ਗਾਇਨ ਹੋਈਆਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਏ ਹੋਏ ਪਾਵਨ ਪਵਿੱਤਰ ਸ੍ਰੀ ਮੁਖਵਾਕ ਜੀ ਦੀ ਕਥਾ ਵਿਚਾਰ ਹੋਈ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਸਤਿਗੁਰੂ ਜੀਓ ਆਪ ਜੀਓ ਕੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਸਮਤ ਬਖਸ਼ਣੀ। ਗੁਰੂ ਗਰੀਬ ਨਵਾਜ ਦਾਰਾਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਲਿਖੇ ਲਾਉਣੀਆਂ ਘਰਾਂ ਅੰਦਰ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਨਾਮ ਦੀਆਂ ਦਾਤਾਂ ਦੇ ਕੇ ਨਵਾਜਣਾ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ ਪਾਵਨ ਪਵਿੱਤਰ ਖਜ਼ਾਨਿਆਂ ਵੱਲੋਂ ਤਥਾ ਗੁਰੂ ਪਿਆਰੀਆਂ ਸੰਗਤਾਂ ਵੱਲੋਂ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਗ ਸਾਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਦੇ ਰਸਨੇ ਲਾਇਕ ਹੋਵੇ। ਅਰਦਾਸਾਂ ਬੇਨਤੀਆਂ ਜੋਦੜੀਆਂ ਦਰ ਪ੍ਰਵਾਨ ਕਰਦਿਆਂ ਪਾਵਨ ਸ਼੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਦਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਹੱਥ ਸੁਖਤ ਹਨ ਸਾਧ ਸੰਗਤ ਗੁਰ ਕਾਰ ਕਮਾਵੈ। ਪਾਣੀ ਪੱਖਾ ਪੀਹਣਾ ਪੈਰ ਧੋਏ ਚਰਣਾ ਮਤ ਪਾਵੈ। ਗੁਰਬਾਣੀ ਲਿਖ ਪੋਥੀਆ ਤਾਲ ਮਿਰਦੰਗ ਰਬਾਬ ਬਜਾਵੈ। ਨਮਸਕਾਰ ਡੰਡਾਉਤ ਕਰ ਗੁਰ ਭਾਈ ਗਲ ਮਿਲ ਗਲ ਲਾਵੈ। ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੈ ਭਲਾ ਮਨਾਵੈ। ਪਾਰਸ ਪਰਸ ਪਰਸ ਹੋਏ ਪਰ ਤਨ ਹੱਥ ਨ ਲਾਵੈ। ਗੁਰ ਸਿੱਖ ਪੂਜ ਕੈ ਭਾਏ ਭਗਤ ਭੈ ਭਾਣਾ ਭਾਵੈ। ਆਪ ਗਣਾਏ ਨਾ ਆਪ ਗਵਾਵੈ। ਆਪ ਗਣਾਏ ਨਾ ਆਪ ਗਵਾਵੈ। ਸੋ ਕਹੋ ਟਲ ਗੁਰ ਅਹਨਿਸ ਸਹਜ ਦਰਸ਼ਨ ਪਰਸਿਐ ਗੁਰੂ ਕੈ
ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੰਦਾ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਉੱਠ ਬੰਜ ਵਟਾਉੜਿਆ ਤੈ ਕਿਆ ਚਿਰ ਲਾਇਆ ਮੋਹਲਤ ਪੁੰਨੜੀਆ ਕਿਤ ਕੂੜ ਲੁਭਾਇਆ ਉੱਠ ਬੰਜ ਵਟਾਉੜਿਆ ਤੈ ਕਿਆ ਚਿਰ ਲਾਇਆ ਮੋਹਲਤ ਪੁੰਨੜੀਆ ਕਿਤ ਕੂੜ ਲੋਭਾਇਆ ਕੂੜੇ ਲੋਭਾਇਆ ਤੋ ਮਾਇਆ ਕਰਹਿ ਪਾਪ ਅਮਿਤਿਆ ਤਨ ਭਸਮ ਢੇਰੀ ਜਮ ਹੈ ਹੇਰੀ ਕਾਲ ਬਪੁੜੈ ਜਿਤਿਆ ਮਾਲ ਜੋਵਨ ਛੋੜ ਵੈਸੀ ਰਹਿਓ ਪਹਿਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਫਾਥੋਹ ਮਿਰਗ ਜਿਵੈ ਪੇਖ ਰਹਿਣ ਚੰਦਰਾਇਣਾ ਸੁਖ ਹੈ ਦੁਖ ਪਏ ਨਿਤ ਪਾਪ ਕਮਾਇਣਾ ਪਾਪਾ ਕਮਾਣੇ ਛੱਡੈ ਨਾਹੀ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਕੂੜ ਸੇਜਾ ਰਾਵਿਆ ਲਬ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣਾ ਨਾਨਕ ਮਿਰਗ ਅਗਿਆਨ ਬਿਨਸੇ ਨਹਿ ਮਿਟੈ ਆਵਣ ਜਾਇਣਾ ਮਿੱਠਾ ਮੱਖ ਮੁਆ ਕਿਉ ਲਏ ਉਡਾਰੀ ਹਸਤੀ ਗਰਤ ਪਿਆ ਕਿਉ ਤਰੀਐ ਤਾਰੀ ਤਾਰਨ ਦੁਹੇਲਾ ਭਇਆ ਖਿਨ ਮਹਿ ਖਾਸਮ ਚਿਤ ਨਾ ਆਇਓ ਦੁਖਾ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁੱਝਾ ਕਮਾਣਾ ਪ੍ਰਗਟ ਹੋਆ ਈਤ ਉਤ ਹੈ ਖੁਆਰੀ ਨਾਨਕ ਸਤਿਗੁਰ ਬਾਜ ਮੂਠਾ
ਮਨ ਮੁਖੋ ਅਹੰਕਾਰੀ। ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ। कंठ लगाए लिए तेस ठाकुर शरणी। बाल बुद्ध ज्ञान ध्यान अपना आप नाम जपाया। साध संगत आप हुआ आप जगत तराया। राख लिए रखन हार सदा निर्मल करणी। नानक नरक न जाहे कबहू हर संत हर की शरणी। राख लिए रखन हार सदा निर्मल करणी। नानक नरक न जाहे कबहू हर संत हर की शरणी। वाहेगुरु जी का खालसा वाहेगुरु जी की फतेह। सतनाम सतनाम जी वाहेगुरु वाहेगुरु जी जपो। सतनाम 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 जी गुरु वाहेगुरु वाहेगुरु सतनाम सतनाम जी वाहेगुरु जी जपो। सतनाम सतनाम नाम जी वाहेगुरु 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 जी। वाहेगुरु जी का खालसा वाहेगुरु जी की फतेह। वाहिगुरु वाहिगुरु वाहिगुरु। वाहिगुरु वाहिगुरु वाहिगुरु। वाहिगुरु वाहिगुरु जी। वाहेगुरु गुरु वाहेगुरु वाहेगुरु
हे प्राणनाथ गोविंद है, कृपा निधान जगद गुरु। हे संसार ताप हरणै, करुणा मैं सब दुख हरो। हे शरण जोग दयालै, दीनानाथ दीनानाथ मया करो। शरीर स्वस्थ क्षीण समय, सिमरन नानक राम दामोदर माधवै। दीन दर्द दुख पंजना, दीन दर्द दुख भंजना, दीन दर्द दुख भंजना, दीन दर्द दुख भंजना, दीन दर्द दुख भंजना भंजना भंजना, दीन 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 दर्द दुख, दीन दर्द दुख भंजना, दीन दर्द दुख भंजना, दीन दर्द दुख भंजना। कट कट नाथ अनाथ, कट कट नाथ अनाथ, दीन दर्द दुख भंजना,